ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ। ਇਲੈਕਸ਼ਨ ਸੀਜ਼ਨ ਹੈ, ਐਲਾਨ ਤਾਂ ਵਾਅਦੇ ਤਾਂ ਹੋ ਹੀ ਜਾਣੇ ਆ, ਪਰ ਇੱਕ ਇਹੋ ਜਿਹਾ ਐਲਾਨ ਹੈ ਜਿਹਦੀ ਚਰਚਾ ਸਾਰੇ ਕਿਤੇ ਹੈ। ਹਾਸੋ ਹੀ ਨਾ ਕਹਿ ਲਓ ਜਾਂ ਕਹਿ ਲਓ ਅੰਨ੍ਹੇਵਾਹ ਕੀਤਾ ਹੋਇਆ ਐਲਾਨ, ਜਿਹਦੇ ਕਰਕੇ ਸਾਰਾ ਪੰਜਾਬ ਮੈਨੂੰ ਲੱਗਦਾ ਬਹੁਤ ਮੁਲਾਜ਼ਮ ਇਹੋ ਜਿਹੇ ਨੇ ਜੋ ਸੋਚ ਰਹੇ ਨੇ ਕਿ ਇਹ ਐਲਾਨ ਤਾਂ ਕਰਤਾ ਹੈ, ਪਰ ਇਹ ਕੌਣ, ਕਿਹਦੇ ਬਾਰੇ, ਕਿਸ ਤਰ੍ਹਾਂ ਇਹਨੂੰ ਪੂਰਾ ਕੀਤਾ ਜਾਣਾ। मैं गल कर रहे जेड़ी साडे सीएम साहब ने कहा कि 36,000 कच्चा मुलाजम असी कर देना पक्का। कर देना की है जनाब, कहते करता, पर 36,000 मुलाजिम केड़ा है, कौन ने 36,000 मुलाजिम? ये ना पंजाब च किसी बंदे नूं पता है, ना उन्हां मुलाजिमां नूं ही पता है। पर तुहानूं भी ये पता है इस वेले बहुत धरने चल रहे हैं, बहुत मुलाजिम इस वेले सड़कां ते ने, पर ये लड़ाइयां कोई नवीं नहीं है। ਇਹ ਸ਼ਾਇਦ ਤੁਹਾਡੇ ਤੱਕ ਹੁਣ ਤਾਂ ਪਹੁੰਚ ਰਹੇ ਕਿਉਂਕਿ ਇਲੈਕਸ਼ਨ ਆਉਣ ਵਾਲੀ ਹੈ। ਮੰਤਰੀ ਇਹਨਾਂ ਨਾਲ ਫੇਰ ਮਿਲਣ ਲੱਗੇ ਨੇ, ਇਹਨਾਂ ਨੂੰ ਕੋਈ ਵਾਅਦੇ ਕਰ ਰਿਹਾ ਤੇ ਕੋਈ ਕਿਤੇ ਜਾ ਕੇ ਦਾਅਵੇ ਕਰ ਰਿਹਾ, ਪਰ ਅਸਲ ਗਰਾਊਂਡ ਤੇ ਇਹਨਾਂ ਲਈ ਕੋਈ ਕੁਝ ਨਹੀਂ ਕਰ ਰਿਹਾ। ਇਹ ਇੱਕ ਸੱਚ ਹੈ। ਇਹੋ ਜਿਹੇ ਕੁਝ ਮੁਲਾਜ਼ਮਾਂ ਬਾਰੇ ਤੁਹਾਨੂੰ ਅੱਜ ਦੱਸਦੇ ਹਾਂ ਤੇ ਪਹਿਲਾਂ ਕਰਦੇ ਆ ਇਹਨਾਂ ਦਾ ਸਵਾਗਤ। ਇਹ ਸਾਡੇ ਨਾਲ ਇਸ ਵੇਲੇ ਨੇ ਸਰਵ ਸਿੱਖਿਆ ਅਭਿਆਨ ਤੇ ਮਿਡ ਡੇ ਮੀਲ ਦੇ ਨਾਨ ਟੀਚਿੰਗ ਸਟਾਫ ਦੀ ਯੂਨੀਅਨ ਪੰਜਾਬ ਵੱਲੋਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਤੇ ਧੰਨਵਾਦ, ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਵੀ ਆਏ ਹੋ ਅੱਜ। ਸਰ ਧੰਨਵਾਦ ਤੁਹਾਡਾ ਜੀ, ਤੁਸੀਂ ਆਪਣੇ ਇੱਕ ਚੈਨਲ ਤੇ ਇੱਕ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੱਚਾਈ ਦੱਸਣ ਦਾ ਸਾਨੂੰ ਮੌਕਾ ਦਿੱਤਾ। ਜੋ ਸਰਕਾਰ ਢੰਡੋਰੇ ਪਿੱਟ ਰਹੀ ਹੈ ਉਹ ਸੱਚਾਈ ਦੱਸਣ ਦਾ ਤੁਸੀਂ ਇੱਕ ਜ਼ਰੀਆ ਬਣੇ ਹੋ। ਉਹ ਸੱਚਾਈ ਦੱਸਣ ਦੀ ਅੱਜ ਆਪਾਂ ਕੋਸ਼ਿਸ਼ ਕਰਾਂਗੇ ਵੀ ਜੋ ਪੰਜਾਬ ਦੀ ਸਰਕਾਰ ਨੇ 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਨਹੀਂ ਕਹਾਂਗੇ, ਪੰਜਾਬ ਦੇ ਵੱਖ-ਵੱਖ ਜਗ੍ਹਾ ਤੇ ਹੋਰਡਿੰਗ ਲਗਾ ਕੇ ਉਹਨਾਂ 'ਚ ਵਰਡਿੰਗ ਇਹ ਲਿਖੀ ਹੈ ਵੀ ਕਰ ਦਿੱਤੇ ਜੀ। ਉਹਨਾਂ ਤੇ ਅੱਜ ਆਪਾਂ ਇਹ ਆ ਵੀ ਪੰਜਾਬ ਦੀ ਜਨਤਾ ਨੂੰ ਉਹਦੀ ਸੱਚਾਈ ਦੱਸਣ ਦੀ, ਅਸੀਂ ਆਪਦਾ ਦਰਦ ਦੱਸਣ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਸ਼ੁਰੂ ਕਰੀਏ, ਇੱਕ ਵਾਰ ਮੈਨੂੰ ਛੋਟੀ ਛੋਟੀ ਆਪਣੀ ਇੰਟਰੋਡਕਸ਼ਨ। ਤੁਸੀਂ ਨਾਮ ਤੁਹਾਡਾ, ਤੁਸੀਂ ਕਿੱਥੋਂ ਤੇ ਤੁਹਾਡੀ ਕਿਹੜੀ ਪੋਸਟ ਤੇ ਤੁਸੀਂ ਕੰਮ ਕਰ ਰਹੇ ਹੋ? ਮੈਂ ਦਵਿੰਦਰਜੀਤ ਸਿੰਘ ਹਾਂ ਜੀ। ਸਰਵ ਸਿੱਖਿਆ ਅਭਿਆਨ ਨਾਨ ਟੀਚਿੰਗ ਦੇ ਵਿੱਚ ਮੈਂ EMPLOYE ਹਾਂ ਪਟਿਆਲੇ ਦੇ ਵਿੱਚ। ਠੀਕ ਹੈ ਜੀ। ਤੇ ਯੂਨੀਅਨ ਦੇ ਜਥੇਬੰਦੀ ਦੇ ਵਿੱਚ ਮੈਂ ਇੱਕ ਸਟੇਟ ਮੈਂਬਰ ਦੇ ਤੌਰ ਤੇ ਕੰਮ ਕਰ ਰਿਹਾ। ਠੀਕ ਹੈ ਜੀ। ਰਜਿੰਦਰ ਸਿੰਘ ਸੰਧਾ, ਮੈਂ ਯੂਨੀਅਨ ਦੇ ਤੌਰ ਤੇ ਇੱਕ ਪੰਜਾਬ ਦਾ ਜਰਨਲ ਸਕੱਤਰ ਹਾਂ ਜੀ। ਸਾਡੀ ਜੋ ਜਥੇਬੰਦੀ ਬਣੀ ਹੈ ਉਸ ਦੇ ਨਾਲ ਹੀ ਮੈਂ ਫਿਰੋਜ਼ਪੁਰ ਦੇ ਵਿੱਚ ਪੋਸਟਿੰਗ ਆ ਔਰ ਫਿਰੋਜ਼ਪੁਰ ਵਿੱਚ ਕੰਮ ਕਰ ਰਿਹਾ। ਠੀਕ ਹੈ ਜੀ। ਜੀ ਸਰ, ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ। ਮੈਂ ਤਰਨਤਾਰਨ ਤੋਂ ਬਿਲੋਂਗ ਕਰਦਾ ਤੇ ਸਟੇਟ ਬੋਡੀ ਵਿੱਚ ਐਜ਼ ਮੈਂ ਕੈਸ਼ੀਅਰ ਕੰਮ ਕਰ ਰਿਹਾ ਜੀ। ਠੀਕ ਹੈ ਜੀ। ਤੇ ਪੂਰੇ ਪੰਜਾਬ ਤੋਂ ਹੀ ਮੁਲਾਜ਼ਮ ਤੁਹਾਡੇ ਵਰਗੇ ਹੀ ਹੋਰ ਕਈ, ਆਪਾਂ ਦੱਸ ਦਈਏ ਕਿ 8 ਫੇਜ਼ ਮੋਹਾਲੀ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਉਹਦਾ ਦਫ਼ਤਰ, ਨਾਲ ਹੀ ਸਿੱਖਿਆ ਵਿਭਾਗ ਪੰਜਾਬ ਦਾ ਦਫ਼ਤਰ ਹੈ, ਜਿੱਥੇ ਇਹ ਪਿਛਲੇ ਮਹੀਨੇ ਤੋਂ ਬੈਠੇ ਨੇ। ਕਿਉਂ ਬੈਠੇ ਨੇ, ਕਿੰਨੇ ਲੋਕ ਬੈਠੇ ਨੇ, ਇਹਨਾਂ ਤੋਂ ਹੀ ਜਾਣ ਲੈਂਦੇ ਆ। ਤੇ ਸਾਨੂੰ ਦੱਸਿਓ ਜੀ, ਤੁਸੀਂ ਮੋਹਾਲੀ ਇੱਕ ਵਾਰ ਫਿਰ, ਵੈਸੇ ਤਾਂ ਤੁਸੀਂ ਬਹੁਤ ਸਾਲਾਂ ਤੋਂ ਸਟਰਗਲ ਕਰ ਰਹੇ ਹੋ, ਪਰ ਹੁਣ ਤੁਸੀਂ ਆਏ ਹੋ ਤੇ ਕਿੰਨੇ ਤੁਹਾਡੇ ਨਾਲ ਮੁਲਾਜ਼ਮ ਨੇ ਹੋਰ? ਅਸੀਂ 23 ਨਵੰਬਰ ਤੋਂ ਲੈ ਕੇ ਮੋਹਾਲੀ ਸਿੱਖਿਆ ਵਿਭਾਗ ਦੇ ਦਫ਼ਤਰ ਦੇ ਬਾਹਰ ਬੈਠੇ ਹਾਂ। ਸਾਡੇ ਪੂਰੇ ਪੰਜਾਬ ਦੇ ਵਿੱਚ ਟੋਟਲ 1200 ਮੁਲਾਜ਼ਮ ਜਿਹੜੇ ਕੰਮ ਕਰ ਰਹੇ ਹੈਗੇ, ਜਿਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਟਰਮ ਐਂਡ ਕੰਡੀਸ਼ਨਸ ਜੋ ਇਹਨਾਂ ਨੇ ਐਕਟ ਦੇ ਵਿੱਚ ਵੀ ਅਨਾਉਂਸ ਕੀਤੀਆਂ ਨੇ ਕਿ 10 ਸਾਲਾਂ ਦੇ ਵਰਕਿੰਗ ਹੋਣੀ ਚਾਹੀਦੀ ਹੈਗੀ ਤੇ ਪ੍ਰੋਪਰ ਚੈਨਲ ਇਹਨਾਂ ਦੀ ਭਰਤੀ ਹੋਣੀ ਚਾਹੀਦੀ ਹੈ। ਉਹ ਸਾਰੀਆਂ ਟਰਮ ਐਂਡ ਕੰਡੀਸ਼ਨਸ ਪੂਰੀਆਂ ਕਰਨ ਵਾਲੇ ਅਸੀਂ ਸਾਰੇ ਮੁਲਾਜ਼ਮ ਹੈਗੇ ਜੀ। ਸਾਡੇ ਵਿੱਚ 2004 ਤੋਂ ਲੈ ਕੇ ਜਿਹੜਾ ਫਸਟ ਅਪਾਇੰਟਮੈਂਟ ਸਟਾਰਟ ਹੋਈ ਹੈਗੀ ਤੇ ਲਾਸਟ ਜਿਹੜੀ ਸਾਡੀ 2011 ਦੇ ਵਿੱਚ ਭਰਤੀ ਹੋਈ ਹੈ। ਠੀਕ ਹੈ। ਤੇ ਅਸੀਂ ਸਾਰੇ ਪ੍ਰੋਪਰ ਚੈਨਲ ਐਡਵਰਟਾਈਜ਼ਮੈਂਟ ਤੋਂ ਬਾਅਦ ਪੇਪਰ ਦੇ ਕੇ ਸਾਰੀਆਂ ਇਹਨਾਂ ਦੀਆਂ ਕੰਡੀਸ਼ਨਸ ਪੂਰੀਆਂ ਕਰਕੇ ਜੋ ਵੀ ਇਹਨਾਂ ਨੇ ਰੋਸਟਰ ਬਣਾਉਣੇ ਹੁੰਦੇ ਨੇ, ਏਜ ਲਿਮਿਟ ਹੁੰਦੀ ਹੈਗੀ, ਹਰ ਤਰ੍ਹਾਂ ਦੀਆਂ ਜਿਹੜੀਆਂ ਸਰਕਾਰ ਦੀਆਂ ਸ਼ਰਤਾਂ ਹੁੰਦੀਆਂ ਨੇ ਭਰਤੀ ਦੇ ਲਈ, ਤੇ ਉਹਨਾਂ ਦੇ ਥਰੂ ਅਸੀਂ ਸਾਰੇ ਭਰਤੀ ਕਰਦੇ। ਤੇ ਪਰ ਸਰਕਾਰ ਨੇ ਜਿਹੜਾ ਵੀ ਹਾਲੇ ਤੱਕ ਵੀ ਅਨਾਉਂਸਮੈਂਟਾਂ ਤੇ ਜ਼ੋਰ ਲਗਾਇਆ ਹੋਇਆ ਹੈਗਾ ਤੇ 36,000 ਦਾ ਅੰਕੜਾ ਇਹ ਕਹਿ ਰਹੇ ਨੇ ਤੇ 1200 ਮੁਲਾਜ਼ਮ ਤਾਂ ਅਸੀਂ ਬੈਠੇ ਹਾਂ ਵੀ ਜਿਨ੍ਹਾਂ ਨੂੰ ਹਾਲੇ ਖੁਦ ਨਹੀਂ ਪਤਾ ਕਿ ਅਸੀਂ ਉਹਨਾਂ ਦੇ ਵਿੱਚ ਕਵਰ ਕਰ ਰਹੇ ਨੇ ਸਾਨੂੰ ਜਾਂ ਨਹੀਂ ਕਰ ਰਹੇ। ਜੀ ਬਿਲਕੁਲ। ਸੋ 17 ਸਾਲ ਹੋ ਗਏ ਨੇ ਇਹਨਾਂ ਚੋਂ ਕਈਆਂ ਨੂੰ ਜਿਹੜੇ ਹੁਣ ਤੱਕ ਕੱਚੇ ਮੁਲਾਜ਼ਮ ਬਣੀ ਬੈਠੇ ਨੇ। ਜ਼ਿੰਦਗੀ ਤਾਂ ਅੱਗੇ ਵੱਧਦੀ ਰਹਿੰਦੀ ਹੈ, ਕਈਆਂ ਦੇ ਵਿਆਹ ਹੋਏ ਹੋਣਗੇ, ਬੱਚੇ ਹੋਏ ਹੋਣਗੇ, ਪਰਿਵਾਰ ਪਾਲਣਾ ਹੈ, ਪਰ ਹਜੇ ਤੱਕ ਜੌਬ ਸਿਕਿਉਰਿਟੀ ਜਿਹੜੀ ਅਸੀਂ ਪੜ੍ਹਾਈ ਤੋਂ ਬਾਅਦ ਭਾਲਦੇ ਹਾਂ ਉਹ ਇਹਨਾਂ ਨੂੰ ਹੁਣ ਤੱਕ ਨਹੀਂ ਮਿਲੀ ਹੈ। ਸੋ ਆਪਾਂ ਜੇ ਇਸ ਲੇਟੈਸਟ ਟਾਈਮ ਦੀ ਗੱਲ ਕਰ ਲਈਏ, ਤੁਹਾਡੀ ਕਿਸ ਨਾਲ, ਸਰਕਾਰ 'ਚ ਅਫਸਰ ਨਾਲ ਕਿਹਦੇ ਨਾਲ ਗੱਲ ਹੋਈ ਹੈ ਤੇ ਹੁਣ ਤੱਕ ਗੱਲਬਾਤ ਕਿੱਥੇ ਪਹੁੰਚੀ ਹੈ? ਜੇਕਰ ਆਪਾਂ ਗੱਲਬਾਤ ਦਾ ਜ਼ਿਕਰ ਕਰੀਏ ਤਾਂ
ਸੱਤਾ ਦੇ ਵਿੱਚ ਕਾਂਗਰਸ ਆਈ ਆ ਤਾਂ ਕਾਂਗਰਸ ਦੇ ਆਉਣ ਤੋਂ ਪਹਿਲਾਂ ਇਲੈਕਸ਼ਨ ਦੇ ਦੌਰਾਨ ਹੀ ਸਾਡਾ ਪ੍ਰੋਟੈਸਟ ਚੱਲ ਰਿਹਾ ਸੀਗਾ ਜੀ ਪ੍ਰੋਟੈਸਟ ਸਾਡਾ ਚੱਲ ਰਿਹਾ ਸੀ ਸੈਕਟਰ 17 ਦੇ ਵਿੱਚ ਠੀਕ ਹੈ ਲਾਸਟ ਕੋਡ ਆਫ ਕੰਡਕਟ ਦੇ ਦੌਰਾਨ ਔਰ ਉਸ ਟਾਈਮ ਸਾਡਾ ਪ੍ਰੋਟੈਸਟ ਪੂਰੇ ਪੀਕ ਤੇ ਸੀਗਾ ਔਰ ਸੱਤਾ ਦੇ ਵਿੱਚ ਕਾਂਗਰਸ ਜਿੱਤ ਗਈ ਤੇ ਸਾਡੇ ਕੋਲੇ ਕਾਂਗਰਸ ਦੇ ਹੀ ਦੂਤ ਬਣ ਕੇ ਇਹਨਾਂ ਦੇ ਜਨਰਲ ਸਕੱਤਰ ਕਾਂਗਰਸ ਦੇ ਕੈਪਟਨ ਸੰਦੀਪ ਸੰਧੂ ਤੇ ਉਸ ਟਾਈਮ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ OSD ਆਏ ਕਿ ਹਾਂਜੀ 2 ਦਿਨ ਬਾਅਦ ਸਰਕਾਰ ਨੇ ਸਹੁੰ ਚੱਕਣੀ ਹੈ ਤਾਂ ਚੰਗਾ ਨਹੀਂ ਲੱਗਦਾ ਕਿ ਹਾਂਜੀ ਵੀ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਧਰਨਿਆਂ ਤੇ ਬੈਠੇ ਹੋਣ ਤੇ ਮੁੱਖ ਮੰਤਰੀ ਨੇ ਸਹੁੰ ਚੱਕਣੀ ਹੈ ਔਰ ਪਹਿਲੀ ਕਹਿੰਦੇ ਜੀ ਤੁਸੀਂ ਖਤਮ ਕਰੋ ਪਹਿਲੀ ਹੀ ਜਿਹੜੀ ਮੀਟਿੰਗ ਹੋਏਗੀ ਉਹ ਮੁਲਾਜ਼ਮਾਂ ਨਾਲ ਹੋਏਗੀ ਉਹ ਦਿਨ ਗਿਆ ਜੀ ਤੇ 5 ਸਾਲ ਬੀਤਣ ਨੂੰ ਆ ਗਏ 4.5 ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ਆ ਕੋਈ ਅਸੀਂ ਮੰਤਰੀ ਨਹੀਂ ਛੱਡਿਆ ਇੱਥੋਂ ਤੱਕ ਕਿ 1-2 ਮੀਟਿੰਗਾਂ ਸਾਡੀਆਂ ਮੁੱਖ ਮੰਤਰੀ ਨਾਲ ਵੀ ਹੋਈਆਂ ਜਦੋਂ ਜ਼ਿਆਦਾ ਸਾਡਾ ਐਜੀਟੇਸ਼ਨ ਪੀਕ ਤੇ ਗਿਆ ਪਰ 4.5 ਸਾਲ ਦੇ ਵਿੱਚ ਕਿਸੇ ਨੇ ਕੁਝ ਵੀ ਨਹੀਂ ਸਿਰਫ ਲਾਰੇ ਅਸੀਂ ਕਰ ਰਹੇ ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਇੱਕ ਦੌਰ ਇਹੋ ਜਿਹਾ ਵੀ ਆਇਆ ਕਿ ਸਰਕਾਰ ਦਾ ਨਾਮ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਨਾਂ ਤੇ ਇਹ ਚੱਲਣ ਲੱਗ ਪਿਆ ਵੀ ਕਮੇਟੀਆਂ ਵਾਲੀ ਸਰਕਾਰ ਜਦੋਂ ਪ੍ਰੋਟੈਸਟ ਹੋਣਾ ਪੀਕ ਤੇ ਜਾਣਾ ਤਾਂ ਇੱਕ ਨਵੀਂ ਕੈਬਨਿਟ ਕਮੇਟੀ ਬਣਾ ਦੇਣੀ ਵੀ ਆ 2 ਮੰਤਰੀਆਂ ਦੀ ਕੈਬਨਿਟ ਕਮੇਟੀ ਬਣਾਤੀ ਇਹ ਮਸਲਾ ਹੱਲ ਕਰੂਗੀ ਜੀ ਪੰਜਾਬ ਸਰਕਾਰ ਨੇ ਕੱਚੇ ਮੁਲਾਜ਼ਮਾਂ ਦਾ ਡਾਟਾ ਇਕੱਠਾ ਕਰਨ ਲਈ ਤਕਰੀਬਨ 4.5 ਸਾਲ ਤੋਂ ਉੱਪਰ ਦਾ ਸਮਾਂ ਲਗਾਤਾ ਪਹਿਲਾਂ ਪਰਸੋਨਲ ਕਰਦਾ ਰਿਹਾ ਪਰਸੋਨਲ ਨੇ ਹੱਥ ਖੜੇ ਕਰਤੇ ਤਾਂ ਫਿਰ ਇੱਕ ਵਾਰ ਮਨਪ੍ਰੀਤ ਬਾਦਲ ਨਾਲ ਮੀਟਿੰਗ ਹੋਈ ਉਹਨਾਂ ਨੇ ਕਿਹਾ ਕਿ ਅਸੀਂ ਆਨਲਾਈਨ ਇੱਕ ਸੌਫਟਵੇਅਰ ਬਣਾ ਰਹੇ ਹਾਂ ਜਿਹਦੇ 'ਚ ਤੁਹਾਡਾ ਡਾਟਾ ਇਕੱਠਾ ਕਰਾਂਗੇ ਜਦੋਂ ਵੀ ਮੀਟਿੰਗਾਂ ਹੋਣੀਆਂ ਡਾਟਾ ਐਂਡ ਤੇ ਆ ਕੇ ਚਲੋ ਦੇਰ ਆਏ ਦਰੁਸਤ ਆਏ ਇਹਨਾਂ ਨੇ ਇੱਕ ਡਾਟਾ ਤਾਂ ਅਨਾਉਂਸ ਕੀਤਾ ਲਾਸਟ ਮੰਥ 9 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ 'ਚ ਕੈਬਨਿਟ ਮੀਟਿੰਗ ਹੋਈ ਜਿਹਦੇ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਪੰਜਾਬ ਦੇ 36000 ਮੁਲਾਜ਼ਮਾਂ ਨੂੰ ਪੱਕਾ ਕਰਨ ਜਾ ਰਹੇ ਹਾਂ 11 ਨਵੰਬਰ ਦੀ ਮੀਟਿੰਗ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜੋ ਹੋਇਆ ਉਹਦੇ 'ਚ ਬਿੱਲ ਪਾਸ ਕਰ ਦਿੱਤਾ ਜੀ 11 ਨਵੰਬਰ ਤੋਂ ਅੱਜ 5 ਦਸੰਬਰ ਆ ਗਿਆ ਜੀ ਹਾਲੇ ਤੱਕ ਉਹ ਬਿੱਲ ਦਾ ਕੋਈ ਅਤਾ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਐਕਟ ਬਣੂਗਾ ਜਾਂ ਨਹੀਂ ਬਣੂਗਾ ਬਿਲਕੁਲ ਉਹ ਨੋਟੀਫਾਈ ਹੋ ਪਾਊਗਾ ਜਾਂ ਨਹੀਂ ਹੋਊਗਾ ਬਿਲਕੁਲ ਇੱਕ ਤੁਸੀਂ ਵਧੀਆ ਨਾਮ ਜ਼ਿਕਰ ਕਰਤਾ ਮੈਨੂੰ ਯਾਦ ਆ ਗਈ ਗੱਲ ਕਿ ਖਜ਼ਾਨਾ ਤਾਂ ਖਾਲੀ ਹੈ ਸੋ ਇਹਦੇ ਲਈ ਵੀ ਤੁਸੀਂ ਸਕੀਮ ਇੱਕ ਵਧੀਆ ਚਲਾਈ ਹੈ ਇਹਦਾ ਆਪਾਂ ਗੱਲ ਜ਼ਰੂਰ ਕਰੀਏ ਇਸ ਵੇਲੇ ਸੋ ਇੱਕ ਬੜੀ ਵਧੀਆ ਸਕੀਮ ਹੈ ਵੈਸੇ ਮੈਨੂੰ ਲੱਗਦਾ ਇਹੀ ਸਮਝਾਣਗੇ ਪਰ ਕਹਿੰਦੇ ਜੇ ਖਜ਼ਾਨਾ ਖਾਲੀ ਹੈ ਤਾਂ ਅਸੀਂ ਉਹਦਾ ਵੀ ਹੱਲ ਦੇਵਾਂਗੇ ਤੁਸੀਂ 36000 ਮੁਲਾਜ਼ਮ ਪੱਕੇ ਦਾ ਕਰੋ ਅਸੀਂ 36 ਲੱਖ ਦੇਵਾਂਗੇ ਜਰਾ ਤੁਸੀਂ ਮੈਨੂੰ ਦੱਸਿਓ ਜੀ ਇਹਦਾ ਕੀ ਹਿਸਾਬ ਹੈ ਅਸੀਂ ਇੱਕ ਪੰਜਾਬ ਸਰਕਾਰ ਦੇ ਜਿਹੜੇ MLA MP ਜਾਂ ਉਹਨਾਂ ਦੇ ਵਰਕਰ ਉਹਨਾਂ ਨੂੰ ਸਕੀਮ ਲੈ ਕੇ ਆਏ ਆ ਕਿ ਸਾਨੂੰ ਇਹ 36000 ਦਾ ਅੰਕੜਾ ਦੇ ਦਿਓ ਅਸੀਂ ਤੁਹਾਨੂੰ ਪਰ ਪਰਸਨ 100 ਰੁਪਏ ਦੇਵਾਂਗੇ ਜਿਹੜਾ ਟੋਟਲ ਅੰਕੜਾ 36 ਲੱਖ ਬਣਦਾ ਜੀ ਅਸੀਂ 36 ਲੱਖ ਸਾਨੂੰ ਪੰਜਾਬ ਸਰਕਾਰ ਨੂੰ ਦੇਵਾਂਗੇ ਜਾਂ ਕੋਈ ਵੀ ਸਾਨੂੰ ਪਰਸਨ ਆ ਕੇ 36000 ਮੁਲਾਜ਼ਮ ਲਿਸਟ ਦੇ ਦੇਵੇ ਅਸੀਂ ਉੱਠ ਕੇ ਸੈਟਿਸਫਾਈ ਹੋ ਘਰਾਂ ਨੂੰ ਚਲੇ ਜਾਵਾਂਗੇ ਸਾਨੂੰ ਸਰਕਾਰ ਪੱਕੇ ਕਰਤਾ ਅਸੀਂ ਅਜੇ ਤੱਕ ਇਸ ਦੁਵਿਧਾ ਵਿੱਚ ਫਸੇ ਹੋਏ ਕਿ ਅਸੀਂ ਪੱਕੇ ਹੋਵਾਂਗੇ ਜਾਂ ਨਹੀਂ ਹੋਵਾਂਗੇ ਜ਼ਿੰਦਗੀ 'ਚ ਬਿਲਕੁਲ ਸਹੀ ਗੱਲ ਹੈ ਮੈਂ ਤਾਂ ਕਹਿੰਦਾ ਜੀ 101 ਕਰ ਦਿੰਦੇ ਸ਼ਗਨ ਪਾ ਦਿੰਦੇ ਵਿਆਹਾਂ ਦਾ ਸੀਜ਼ਨ ਹੈ ਨਾ ਨਾਲੇ ਥੋੜਾ ਅਮਾਉਂਟ ਵੱਧ ਜਾਂਦਾ ਚਲੋ ਅਮਾਉਂਟ ਵੱਧ ਜਾਂਦਾ ਇਹ ਵੀ ਹੈ ਪਰ ਇਹ ਆ ਵੀ 100 ਰੁਪਏ ਸਾਡੇ ਲਈ ਕੋਈ ਜ਼ਿਆਦਾ ਨਹੀਂ ਹੈ ਇਹ ਹੋਊਗਾ ਕਿ ਹਾਂਜੀ ਵੀ ਪਤਾ ਤਾਂ ਲੱਗੂਗਾ ਇਸ ਚੀਜ਼ ਨਾਲ ਕਿ ਹਾਂਜੀ ਵੀ ਕਿੰਨੇ ਮੁਲਾਜ਼ਮ ਕਰ ਰਹੇ ਆ ਬਿਲਕੁਲ ਜੇਕਰ ਕੋਈ ਬੰਦਾ 100 ਰੁਪਏ 'ਚ ਰੈਗੂਲਰ ਹੁੰਦਾ ਤਾਂ ਖੁਸ਼ੀ 100 ਛੱਡੋ ਚਲੋ ਜੇ ਸਾਨੂੰ ਲਿਸਟਾਂ ਦਿੰਦੇ ਆ ਤਾਂ ਅਸੀਂ 501 ਵੀ ਦੇ ਦੇਵਾਂਗੇ ਕੋਈ ਇਹ ਨਹੀਂ ਹੈ ਖਜ਼ਾਨਾ ਵੀ ਭਰਨ ਦੀ ਗੱਲ ਹੋ ਜੂਗੀ ਪਰ ਗੱਲ ਹੁੰਦੀ ਹੈ ਸਰਕਾਰ ਦੀ ਨੀਅਤ ਦੀ ਜੀ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੀ ਨੀਅਤ ਕੀ ਹੈ ਮੈਂ ਇਸ ਚੀਜ਼ ਨੂੰ ਇਹ ਵੀ ਇੱਕ ਐਕਟ ਬਣਿਆ ਪੰਜਾਬ ਵਿਧਾਨ ਸਭਾ 'ਚ ਐਕਟ ਨੂੰ ਹੀ ਜ਼ਿਕਰ ਕਰੂੰਗਾ ਕਿ ਜਦੋਂ ਸਰਕਾਰ ਦੀ ਨੀਅਤ ਹੋਏ ਕਿਸਾਨੀ ਅੰਦੋਲਨ ਚੱਲਿਆ ਜੀ ਪ੍ਰਧਾਨ ਮੰਤਰੀ ਨੇ ਇੱਕ ਦਿਨ ਅਨਾਉਂਸ ਕੀਤਾ ਜੀ ਅਸੀਂ ਜਿੰਨਾ ਵੀ ਕਿਸਾਨਾਂ ਦਾ ਮਜ਼ਦੂਰਾਂ ਦਾ ਉਹ ਇੱਕ ਬਹੁਤ ਵੱਡੇ ਲੈਵਲ ਤੇ ਸੰਘਰਸ਼ ਹੋਇਆ ਤੇ ਅਸੀਂ ਵੀ ਉਹ 3 ਕਾਨੂੰਨ ਹੈ ਜਿਹੜੇ ਵਾਪਸ ਲੈ ਰਹੇ ਜੀ ਇੱਕੋ ਦਿਨ ਦੇ ਵਿੱਚ ਹੀ ਲੋਕ ਸਭਾ 'ਚ ਪਾਸ ਹੁੰਦਾ ਰਾਜ ਸਭਾ 'ਚ ਹੁੰਦਾ ਤੇ ਰਾਤ ਪੈਂਦੇ ਰਾਸ਼ਟਰਪਤੀ ਦੇ ਸਾਈਨ ਹੋ ਕੇ ਆ ਜਾਂਦਾ ਨੋਟੀਫਾਈ ਹੋ ਜਾਂਦਾ ਜੀ ਬਹੁਤ ਵੱਡੀ ਚੀਜ਼ ਸੀ ਉਹ ਜੇਕਰ ਉਹ ਐਡੀ ਵੱਡੀ ਚੀਜ਼ ਇੱਕ ਦਿਨ ਵਿੱਚ ਹੋ ਸਕਦੀ ਹੈ ਤਾਂ ਇਹ ਤਾਂ ਪੰਜਾਬ ਵਿਧਾਨ ਸਭਾ ਦਾ ਐਕਟ ਬਣਾਇਆ ਮੁੱਖ ਮੰਤਰੀ ਨੇ ਪੂਰੇ ਪੰਜਾਬ ਦੇ ਕੋਨੇ ਭਰ ਦਿੱਤੇ ਬਹੁਤ ਵੱਡੇ ਹੋਰਡਿੰਗ ਲੱਗੇ ਹੋਏ ਆ ਪੂਰੇ ਪੰਜਾਬ 'ਚ ਬਿਲਕੁਲ ਪਹਿਲਾਂ ਹੋਰਡਿੰਗ ਲੱਗੇ ਸੀ 36000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਐਲਾਨ ਕਰਤਾ ਸਰਕਾਰ ਨੇ ਪਰ ਹੁਣ ਬਹੁਤ ਜਗ੍ਹਾ ਤੇ ਹੋਰਡਿੰਗ ਲੱਗ ਗਏ ਜੀ 36000 ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ ਪਰ ਹਾਲੇ ਤੱਕ ਇਹ ਹੈ ਕਿ ਉਹ ਐਕਟ ਨੋਟੀਫਾਈ ਹੀ ਨਹੀਂ ਹੋਇਆ ਜਿਹਦੇ ਕਰਕੇ ਇਹ ਹੈ ਕਿ ਕਿਸੇ ਵੀ ਮੁਲਾਜ਼ਮ ਨੂੰ ਲਿਸਟਾਂ ਦੀ ਤਾਂ ਦੂਰ ਦੀ ਗੱਲ ਹੈ ਵੀ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਹੋਣਾ ਜਾਂ ਨਹੀਂ ਹੋਣਾ ਬਿਲਕੁਲ ਸਭ ਤੋਂ ਦੁਵਿਧਾ ਦੀ ਗੱਲ ਇਹੀ ਬਣੀ ਹੋਈ ਹੈ
ਵੀ ਔਰ ਹੋਰ ਤਾਂ ਹੋਰ ਹੈ, 2 ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ ਵੀ ਜਿੰਨੇ ਐਲਾਨ ਹੋਏ ਆ ਜੀ 11 ਨਵੰਬਰ ਦਾ ਇਹ ਬਿੱਲ ਪਾਸ ਹੋਇਆ ਤੇ ਉਸ ਦਿਨ ਵੀ ਇਹ ਕਹਿੰਦੇ ਆ ਜੀ ਗਵਰਨਰ ਕੋਲੇ ਅਟਕਿਆ ਹੋਇਆ ਜੀ। ਜੇਕਰ ਇੱਕ ਦਿਨ ਚ ਰਾਸ਼ਟਰਪਤੀ ਦੇ ਸਾਈਨ ਹੋ ਸਕਦੇ ਆ ਤਾਂ ਗਵਰਨਰ ਕੋਲੇ ਅਟਕਣ ਦਾ ਤਾਂ ਕੋਈ ਮਸਲਾ ਹੀ ਨਹੀਂ ਹੈ। ਇਟ ਮੀਨ ਸਰਕਾਰ ਦੀ ਆਪਦੀ ਨੀਅਤ ਖਰਾਬ ਹੈ ਵੀ ਹਾਂਜੀ ਵੀ ਚੋਣਾਂ ਦਾ ਸਮਾਂ ਲਗਾ ਲਓ, ਇਹ ਚੁੱਪ ਕਰ ਜਾਣਗੇ। ਬਿਲਕੁਲ ਹੋ ਸਕਦਾ ਹੈ ਤੁਹਾਡੀ ਗੱਲ ਸੱਚ ਹੋਵੇ, ਪਰ ਮੈਨੂੰ ਲੱਗਦਾ ਇੱਕ ਜਿਹੜਾ ਐਲਾਨ ਇਹ ਕੀਤਾ ਜਿਹਦੀ ਚਰਚਾ ਸਾਰੇ ਕਿਤੇ, ਜਦੋਂ ਤੁਸੀਂ ਹੋਰਡਿੰਗ ਲਾਏ ਨੇ ਉਹ ਇਲੈਕਸ਼ਨਾਂ ਤੋਂ ਪਹਿਲਾਂ ਤੁਹਾਨੂੰ ਜਨਤਾ ਨੂੰ ਵੀ ਹਿਸਾਬ ਦੇਣਾ ਪੈਣਾ ਵੀ ਇਹ 36000 ਕਿਹੜੇ ਨੇ, ਕੌਣ ਨੇ। ਨਹੀਂ ਤਾਂ ਇਹੋ ਜਿਹੇ ਧਰਨੇ ਸਿਰਫ ਤੁਹਾਡਾ ਹੀ ਨਹੀਂ ਚੱਲ ਰਿਹਾ, ਇਹੋ ਜਿਹੇ ਕਈ ਚੱਲ ਰਹੇ ਨੇ ਤੇ ਸਰਕਾਰ ਆਪਣੀ ਹੀ ਗੱਲਾਂ 'ਚ ਮੈਨੂੰ ਲੱਗਦਾ ਉਲਝ ਜਾਵੇਗੀ। ਪਰ ਇੱਕ ਅੱਗੇ ਵਧਣ ਤੋਂ ਪਹਿਲਾਂ ਮੈਨੂੰ ਜ਼ਰੂਰ ਦੱਸਣਾ ਕਿ ਜਿਹੜੇ ਆ 1200 ਇੰਪਲੋਈ ਨੇ, ਸਰਵ ਸਿੱਖਿਆ ਅਭਿਆਨ, ਨਾਨ ਟੀਚਿੰਗ, ਮਿਡ ਡੇ ਮੀਲ, ਸਾਡੀ ਜਨਤਾ ਨੂੰ ਇੱਕ ਸਰਲ ਤਰੀਕੇ 'ਚ ਦੱਸਿਓ ਵੀ ਆਹ ਇੰਪਲੋਈਜ਼ ਕੀ ਕਰ ਰਹੇ ਨੇ ਪੂਰੇ ਪੰਜਾਬ 'ਚ, ਇਹਨਾਂ ਦਾ ਕੀ ਰੋਲ ਹੈ। ਸਰਕਾਰ ਦੇ ਅਕੋਰਡਿੰਗ ਜਾਂ ਆਪਾਂ ਆਪਣੇ ਸਿਸਟਮ ਦੇ ਅਕੋਰਡਿੰਗ ਦੇਖੀਏ ਤਾਂ ਲੋਕਾਂ ਦੇ ਲਈ 2 ਬੇਸਿਕ ਨੀਡਸ ਹੁੰਦੀਆਂ ਨੇ, ਸਿੱਖਿਆ ਤੇ ਸਿਹਤ ਜੀ। ਤੇ ਜਿਹੜਾ ਸਿੱਖਿਆ ਗਰੀਬ ਬੱਚਿਆਂ ਨੂੰ ਦੇਣੀ ਹੈਗੀ, ਸਰਕਾਰੀ ਸਕੂਲਾਂ ਦਾ ਇੱਕ ਮੋਟਿਵ ਹੁੰਦਾ ਹੈਗਾ ਜੀ, ਇੱਕ ਜਿਹੜਾ ਮਕਸਦ ਹੈਗਾ ਸਰਕਾਰੀ ਸਕੂਲਾਂ ਦਾ ਇਹੀ ਹੁੰਦਾ ਕਿ ਹਰ ਇੱਕ ਪਿੰਡ ਦੇ ਵਿੱਚ, ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਲੋੜਵੰਦ ਬੱਚੇ ਨੂੰ ਜਿਹੜੀ ਸਿੱਖਿਆ ਮੁਹੱਈਆ ਕਰਵਾਈ ਜਾਵੇ ਜੀ। ਤੇ ਸਿੱਖਿਆ ਮੁਹੱਈਆ ਕਰਵਾਉਣ ਦੇ ਲਈ ਢਾਂਚੇ ਦੀ ਜ਼ਰੂਰਤ ਹੁੰਦੀ ਹੈਗੀ ਤੇ ਉਹ ਢਾਂਚੇ ਦੇ ਵਿੱਚ ਜਿਹੜਾ ਹੈਗਾ ਮੁਲਾਜ਼ਮ ਵੀ ਆਉਂਦੇ ਨੇ ਜੀ, ਟੀਚਰ ਵੀ ਆਉਂਦੇ ਨੇ, ਬੱਚਿਆਂ ਦੇ ਲਈ ਸਹੂਲਤਾਂ ਵੀ ਆਉਂਦੀਆਂ ਨੇ, ਮਿਡ ਡੇ ਮੀਲ ਵੀ ਉਹਨਾਂ ਨੂੰ ਦਿੱਤਾ ਜਾਂਦਾ ਹੈਗਾ, ਵਰਦੀਆਂ ਵੀ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨੇ, ਬੱਚਿਆਂ ਨੂੰ ਸਟੇਸ਼ਨਰੀ ਵੀ ਮੁਹੱਈਆ ਕਰਵਾਈ ਜਾਂਦੀ ਹੈ, ਕਿਤਾਬਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਨੇ। ਤੇ ਇਹ ਜੋ ਵੀ ਚੀਜ਼ਾਂ ਬੱਚਿਆਂ ਤੱਕ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਉਹ ਸਾਰੀਆਂ ਮੁਹੱਈਆ ਕਰਵਾਉਣ ਦਾ ਜਿਹੜਾ ਜ਼ਰੀਆ ਹੈ ਉਹ ਮੁਲਾਜ਼ਮ ਨੇ, ਦਫ਼ਤਰੀ ਮੁਲਾਜ਼ਮ ਜੀ। ਤੇ ਉਹ ਸਟੇਟ ਹੈੱਡ ਆਫਿਸ ਤੋਂ ਲੈ ਕੇ ਡਿਸਟ੍ਰਿਕਟ ਲੈਵਲ ਦੇ ਉੱਤੇ, ਜ਼ਿਲ੍ਹਾ ਪੱਧਰ ਦੇ ਉੱਤੇ ਮੁਲਾਜ਼ਮ ਹੈਗੇ ਨੇ। ਉਹ ਤੋਂ ਬਾਅਦ ਹਰ ਇੱਕ ਜ਼ਿਲ੍ਹੇ ਦੇ ਵਿੱਚ ਬਲਾਕ ਲੈਵਲ ਦੇ ਉੱਤੇ ਦਫ਼ਤਰ ਬਣੇ ਹੋਏ ਨੇ ਤੇ ਉਹਨਾਂ ਬਲਾਕ ਲੈਵਲ ਤੇ ਦਫ਼ਤਰਾਂ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਉਹ ਐਵਰੇਜ ਇੱਕ ਬਲਾਕ ਦੇ ਵਿੱਚ 60 ਤੋਂ 70 ਸਕੂਲ ਜਿਹੜੇ ਪ੍ਰਾਇਮਰੀ ਨੇ ਤੇ ਵਿਦ ਜਿਹੜੇ ਸੈਕੰਡਰੀ ਸਕੂਲ ਲਗਾ ਕੇ 80 ਦੇ ਆਸ-ਪਾਸ ਜਿਹੜੇ ਸਕੂਲ ਹੈਗੇ ਪਰ ਬਲਾਕ ਐਵਰੇਜ ਹੈਗੇ ਜੀ। ਤੇ ਉਹਨਾਂ ਸਾਰੇ ਸਕੂਲਾਂ ਨੂੰ ਇਹ ਇਨਫਰਾਸਟ੍ਰਕਚਰ ਪ੍ਰਦਾਨ ਕਰਵਾਉਣ ਦੇ ਲਈ ਜੋ ਵੀ ਗ੍ਰਾਂਟਸ ਹੈਗੀਆਂ ਨੇ ਉਹ ਸਾਰੀਆਂ ਇਸ ਸਟਾਫ ਦੇ ਥਰੂ ਜਿਹੜੀਆਂ ਪਹੁੰਚਾਈਆਂ ਜਾਂਦੀਆਂ। ਇੱਕ ਪਿੱਛੇ ਜੇ ਸਰਕਾਰ ਨੇ ਅਨਾਉਂਸਮੈਂਟ ਕੀਤੀ ਸੀ, ਬੋਰਡ ਬਹੁਤ ਲੱਗੇ ਸੀ, ਜਿਵੇਂ 36000 ਦਾ ਬੋਰਡ ਲੱਗੇਗਾ ਕਿ ਪੰਜਾਬ ਦਾ ਜਿਹੜਾ ਸਿੱਖਿਆ ਵਿਭਾਗ ਸਿੱਖਿਆ 1 ਨੰਬਰ ਦੇ ਉੱਤੇ ਪੂਰੇ ਇੰਡੀਆ ਦੇ ਵਿੱਚ ਜੀ। ਤੇ ਉਹਦੇ ਲਈ ਇਹਨਾਂ ਨੇ ਕੁਝ ਪੈਰਾਮੀਟਰ ਤੈਅ ਕੀਤੇ ਸੀ ਤੇ ਉਹ ਪੈਰਾਮੀਟਰ ਜਿਹੜੇ ਪੂਰੇ ਕਰਨ ਦੇ ਲਈ ਯੋਗਦਾਨ ਜਿਹੜਾ ਪਿਆ ਸੀ ਉਹ ਸਾਰੇ ਮੁਲਾਜ਼ਮਾਂ ਦਾ ਪਿਆ ਸੀ, ਸਾਰੇ ਟੀਚਰਾਂ ਦਾ ਪਿਆ ਸੀ। ਪਰ ਇਹ ਸਰਕਾਰ ਅਨਾਉਂਸਮੈਂਟਾਂ ਤਾਂ ਕਰ ਦਿੰਦੀ ਹੈਗੀ, ਆਪਣੀ ਐਡਵਰਟਾਈਜ਼ਮੈਂਟ ਜਿਹੜੀ ਕਰ ਲੈਂਦੀ ਹੈਗੀ, ਬਟ ਜਿਹੜੇ ਮੁਲਾਜ਼ਮ ਉਹਨਾਂ ਕੰਮਾਂ ਨੂੰ ਕਰਨ ਦੇ ਲਈ ਦਿਨ ਰਾਤ ਮਿਹਨਤ ਕਰਦੇ ਨੇ, ਕੰਮ ਕਰਦੇ ਨੇ, ਉਹਨਾਂ ਨੂੰ ਅੱਖੋਂ ਪਰੋਖੇ ਕਰਦੇ ਨੇ। ਇੱਕ ਇਹਨਾਂ ਨੇ ਇਹਦੇ ਨਾਲ ਹੀ ਹੁਣ ਪਿੱਛੇ ਜੇ ਚਰਚਾ ਦੇ ਵਿੱਚ ਰਹੇ ਨੇ ਕਿ ਪੰਜਾਬ ਦੇ ਸਕੂਲ ਸਮਾਰਟ ਸਕੂਲ ਬਣਾਏ ਜਾ ਰਹੇ ਜੀ। ਸਮਾਰਟ ਸਕੂਲ ਬਣਾਉਣ ਦੇ ਲਈ ਸਮਾਰਟ ਇਨਫਰਾਸਟ੍ਰਕਚਰ ਦੇ ਦਿੱਤਾ, ਪਰ ਉੱਥੇ ਜਿਹੜੇ ਕੰਮ ਕਰਨ ਵਾਲੇ ਮੁਲਾਜ਼ਮ ਨੇ ਉਹਨਾਂ ਮੁਲਾਜ਼ਮਾਂ ਨੂੰ ਜਿਹੜੀ ਸਹੂਲਤਾਂ ਦੀ ਲੋੜ ਹੈਗੀ, ਜੋ ਬੁਨਿਆਦੀ ਜ਼ਰੂਰਤਾਂ ਨੇ ਇੱਕ ਮੁਲਾਜ਼ਮ ਦੇ ਲਈ, ਜੇ ਕੋਈ ਬਿਮਾਰ ਹੋ ਜਾਏ ਤਾਂ ਉਹ ਬਿਮਾਰੀ ਦਾ ਇਲਾਜ ਕਰਵਾਉਣ ਦੇ ਲਈ ਜਿਹੜਾ ਹੈਗਾ ਮੈਡੀਕਲ ਅਲਾਉਂਸ ਜ਼ਰੂਰੀ ਹੈ, ਮੈਡੀਕਲ ਰੀਇੰਬਰਸਮੈਂਟ ਜ਼ਰੂਰੀ ਹੈ ਤੇ ਬਟ ਸਾਨੂੰ ਜਿਹੜਾ ਹੈਗਾ ਵੀ ਉਹ ਚੀਜ਼ ਤੋਂ ਸਖਣਾ ਰੱਖਿਆ ਗਿਆ ਹੈਗਾ ਤੇ ਉਹਦਾ ਅਸੀਂ ਖਮਿਆਜਾ ਪਿੱਛੇ ਭੁਗਤਦੇ ਵੀ ਰਹੇ ਹਾਂ। ਸਾਡੇ ਬਹੁਤ ਸਾਥੀ ਐਸੇ ਨੇ ਜਿਹੜੇ ਕ੍ਰਿਟੀਕਲ ਕੰਡੀਸ਼ਨਾਂ ਦੇ ਵਿੱਚ ਬਿਮਾਰ ਹੋਏ ਨੇ ਜਾਂ ਦੁਨੀਆ ਤੋਂ ਹੀ ਚਲੇ ਗਏ। ਜੇ ਉਹ ਬਿਮਾਰ ਹੋਏ ਨੇ ਤਾਂ ਉਹਨਾਂ ਦਾ ਘਰ-ਬਾਰ ਵੀ ਵਿਕਣ ਦੀ ਨੌਬਤ ਤੱਕ ਆਈ ਹੈਗੀ ਕਿ ਉਹਨਾਂ ਨੂੰ ਸਰਕਾਰ ਵੱਲੋਂ 1 ਰੁਪਈਆ ਤੱਕ ਵੀ ਜਿਹੜਾ ਉਸ ਦੇ ਲਈ ਨਹੀਂ ਦਿੱਤਾ ਗਿਆ। ਹਾਲਾਂਕਿ ਆਪਣੇ ਪੱਧਰ ਦੇ ਉੱਤੇ ਸਾਥੀਆਂ ਨੇ ਕੰਟਰੀਬਿਊਸ਼ਨ ਕਰਕੇ ਫੰਡ ਇਕੱਠਾ ਕਰਕੇ ਹੈਲਪ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈਗੀ, ਪਰ ਉਹ ਚੀਜ਼ਾਂ ਜਿਹੜੀਆਂ ਨੇ ਇੱਕ ਇਨਸਾਨ ਦੇ ਲਈ ਉਹਨਾਂ ਮਾਇਨੇ ਨਹੀਂ ਰੱਖਦੀਆਂ ਜੋ ਇੱਕ ਸਰਕਾਰੀ ਸਹੂਲਤ ਮਾਇਨੇ ਰੱਖਦੀ ਹੈ। ਬਿਲਕੁਲ ਇਸ ਗੱਲ ਨੂੰ ਮੈਂ ਇੱਕ ਵਾਰ ਹੋਰ ਐਵੇਂ ਸਮਝਾ ਦਵਾਂ ਕਿ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ, ਆਪਾਂ ਸਿਰਫ ਪੰਜਾਬ ਦੀ ਵੀ ਗੱਲ ਕਰੀਏ, ਜਿਹੜੇ ਵੀ ਪੱਕੇ ਨੇ ਉਹਨਾਂ ਨੂੰ ਕੋਈ ਵੀ ਬਿਮਾਰੀ ਹੋਵੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ, ਤਾਂ ਉਹ ਰੀਇੰਬਰਸਮੈਂਟ, ਉਹ ਪੈਸਾ ਹਸਪਤਾਲਾਂ 'ਚ ਖਰਚ ਕੇ ਉਹ ਵਾਪਸ ਕਲੇਮ ਕਰ ਸਕਦੇ ਨੇ ਸਰਕਾਰ ਤੋਂ। ਲੇਕਿਨ ਕਿਉਂਕਿ ਇਹ ਕੰਟਰੈਕਚੁਅਲ ਨੇ, ਇਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਤੇ ਇੱਕ ਵਾਰ ਫੇਰ ਯਾਦ ਦਿਲਾ ਦਵਾਂ, ਇਹ ਪ੍ਰੋਪਰ ਚੈਨਲ ਦੇ ਥਰੂ ਇਹ ਬੈਕਡੋਰ ਐਂਟਰੀ ਨਹੀਂ ਸੀ, ਪ੍ਰੋਪਰ ਐਡਵਰਟਾਈਜ਼ਮੈਂਟ ਹੋਣ ਤੋਂ ਬਾਅਦ, ਟੈਸਟ ਹੋਣ ਤੋਂ ਬਾਅਦ ਇਹਨਾਂ ਦੀ ਭਰਤੀ ਕੀਤੀ ਗਈ। ਇਹਨਾਂ ਨੂੰ ਉਹ ਲਾਭ ਹੁਣ ਤੱਕ ਨਹੀਂ ਮਿਲ ਰਿਹਾ ਤੇ ਇਹਨੇ ਬਿਲਕੁਲ ਜ਼ਿਕਰ ਕੀਤਾ ਕੋਵਿਡ ਦਾ ਟਾਈਮ ਵੀ ਲੰਘਿਆ, ਕਈ ਕਿੰਨੇ ਕ੍ਰਿਟੀਕਲ ਕੰਡੀਸ਼ਨ 'ਚ ਹੋਣਗੇ, ਬਿਲਕੁਲ ਜਾਨਾਂ ਵੀ ਗਵਾਈਆਂ ਹੋਣਗੀਆਂ, ਪੰਜਾਬ 'ਚ ਬਹੁਤ ਮੌਤਾਂ ਹੋਈਆਂ ਕੋਵਿਡ ਦੇ ਦੌਰਾਨ। ਇਹਨਾਂ ਨੂੰ ਇਹੋ ਜਿਹੀ ਕੋਈ ਸਹੂਲੀਅਤ ਨਹੀਂ ਮਿਲੀ, ਜਿਹਦੇ ਨਾਲ ਹੀ ਮੈਨੂੰ ਲੱਗਦਾ ਇਹਨੇ ਬੜੀ ਹੀ 2 ਇੰਪੋਰਟੈਂਟ ਗੱਲਾਂ ਦਾ ਜ਼ਿਕਰ ਕੀਤਾ। ਇਸ ਵਾਰ ਪੰਜਾਬ ਪਹਿਲੇ ਨੰਬਰ ਤੇ ਆਇਆ, ਪੰਜਾਬ ਅਵਲ ਨੰਬਰ ਤੇ ਆਇਆ ਪ੍ਰਾਇਮਰੀ ਸਕੂਲੀ ਸਿੱਖਿਆ 'ਚ,
ਤੇ ਬਿਲਕੁਲ ਟੀਚਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ, ਲੇਕਿਨ ਤੁਹਾਨੂੰ ਵੀ ਪਤਾ ਹੈ ਕਿਸੇ ਵੀ ਸਕੂਲ 'ਚ ਚਲੇ ਜਾਈਏ ਤਾਂ ਜਿਹੜਾ ਆਫਿਸ ਸਟਾਫ ਜਿਹਨੂੰ ਅਸੀਂ ਕਹਿ ਦਿੰਦੇ ਆ, ਜਿੰਨੇ ਵੀ ਡਾਕੂਮੈਂਟਸ ਪ੍ਰੋਸੈਸ ਕਰਨੇ ਹੋਣ, ਫਾਈਲਾਂ ਪ੍ਰੋਸੈਸ ਕਰਨੀਆਂ ਹੋਣ, ਜਿੰਨਾ ਇਨਫਰਾਸਟ੍ਰਕਚਰ ਆਂਦਾ ਹੈ ਉਹਨੂੰ ਮੈਨੇਜ ਕਰਨਾ, ਉਹ ਸਾਰਾ ਕੰਮ ਸਾਡਾ ਨਾਨ ਟੀਚਿੰਗ ਸਟਾਫ ਕਰਦਾ ਹੈ। ਇਹ ਇੱਕ ਵੈਲ ਆਇਲਡ ਮਸ਼ੀਨਰੀ ਵਰਗਾ ਹੁੰਦਾ ਹੈ ਜੋ ਇੱਕ ਦੂਜੇ ਦੀ ਸਹਾਇਤਾ ਬਿਨਾਂ ਨਹੀਂ ਚੱਲ ਸਕਦੇ। ਨਾ ਕੋਈ ਵੀ ਸਕੂਲ ਟੀਚਰਾਂ ਬਿਨਾਂ ਚੱਲ ਸਕਦਾ ਹੈ, ਨਾ ਹੀ ਇੱਕ ਨਾਨ ਟੀਚਿੰਗ ਸਟਾਫ ਬਿਨਾਂ ਚੱਲ ਸਕਦਾ, ਤੇ ਤੁਸੀਂ ਇਹ ਗੱਲ ਜਾਣਦੇ ਹੋ। ਤੇ ਇਹਨਾਂ ਨੂੰ ਜੇ ਉਹ ਲਾਭ ਨਹੀਂ ਮਿਲ ਰਹੇ ਤਾਂ ਉਹਨਾਂ ਦਾ ਤੁਸੀਂ ਇਹਨਾਂ ਦੀ ਗੱਲਾਂ ਤੋਂ ਜਾਣ ਪਾ ਰਹੇ ਹੋ ਕਿ ਕੀ ਇਹਨਾਂ ਤੇ ਅਸਰ ਪੈ ਰਿਹਾ ਉਸ ਚੀਜ਼ ਦਾ। ਮੈਨੂੰ ਦੋ ਗੱਲਾਂ ਦੱਸਣਾ, ਤੁਸੀਂ ਇਸ ਤੋਂ ਪਹਿਲਾਂ ਮੇਰੇ ਨਾਲ ਜ਼ਿਕਰ ਕਰ ਰਹੇ ਸੀਗੇ ਕਿ ਤੁਸੀਂ 2 ਵੱਡੀਆਂ ਐਕਟੀਵਿਟੀਜ਼ ਕੀਤੀਆਂ ਨੇ ਇਸ ਐਲਾਨ ਤੋਂ ਇਲਾਵਾ, ਮੈਨੂੰ ਉਹਨਾਂ ਬਾਰੇ ਜ਼ਰੂਰ ਦੱਸਿਓ। ਜੀ ਬਿਲਕੁਲ, ਇਹ ਐਕਟੀਵਿਟੀ ਦਾ ਆਪਾਂ ਜ਼ਿਕਰ ਇਨਾਮ ਸਕੀਮ ਦਾ ਤਾਂ ਕੀਤਾ ਸੀ। ਇਸ ਤੋਂ ਪਹਿਲਾਂ ਅਸੀਂ 2 ਐਕਟੀਵਿਟੀ ਕੀਤੀਆਂ। ਇੱਕ ਅਸੀਂ ਪੰਜਾਬੀ ਦੀ ਇੱਕ ਕਹਾਵਤ ਹੁੰਦੀ ਹੈ, ਜਿਨ੍ਹਾਂ ਨੇ ਕੋਈ ਕੰਮ ਨਹੀਂ ਕਰਨਾ ਹੁੰਦਾ ਤਾਂ ਆਪਾਂ ਇਹ ਕਹਿ ਦਿੱਤਾ ਕਿ ਗੁੰਗਲੂਆਂ ਤੋਂ ਮਿੱਟੀ ਝਾੜਨਾ ਜੀ। ਇਹਦੇ ਵਿੱਚ ਵੀ ਸਾਨੂੰ ਪੱਕੇ ਕਰਨ ਵਾਲੇ ਮਸਲੇ ਦੇ ਵਿੱਚ ਵੀ ਸੇਮ ਇਹੀ ਪੈਟਰਨ ਰਿਹਾ ਕਿ ਹਾਂਜੀ ਵੀ ਸਰਕਾਰ ਗੱਲਾਂ ਬਾਤਾਂ 'ਚ ਹੀ ਸਾਰਨਾ ਚਾਹ ਰਹੀ ਸੀਗੀ, ਬਿਲਕੁਲ ਵੀ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਵੀ ਹਾਂਜੀ ਵੀ ਕਹਿਤਾ ਕਰ ਦਿਆਂਗੇ। ਤਾਂ ਇਸ ਕਰਕੇ ਅਸੀਂ ਇੱਕ ਗੁੰਗਲੂਆਂ ਦਾ ਭਰਿਆ ਟੋਕਰਾ ਮਿੱਟੀ ਲੱਗਿਆ ਬਿਲਕੁਲ ਤਾਜ਼ੇ ਲੈ ਕੇ ਖੇਤ ਦੇ ਵਿੱਚੋਂ ਮੁੱਖ ਮੰਤਰੀ ਦੇ ਦੁਆਰ ਪਹੁੰਚੇ ਸੀਗੇ ਜੀ, ਵੀ ਜੇ ਤੁਸੀਂ ਨਹੀਂ ਕੁਝ ਕਰਨਾ, ਜੇ ਤੁਹਾਡੀ ਨੀਅਤ ਹੈਗੀ ਆ ਤਾਂ ਤੁਸੀਂ ਵਿਧਾਨ ਸਭਾ 'ਚ ਬਿੱਲ ਪਾਸ ਕੀਤਾ ਤਾਂ ਨੋਟੀਫਾਈ ਕਰਕੇ ਡਿਪਾਰਟਮੈਂਟਾਂ ਨੂੰ ਹਦਾਇਤ ਦਿਓ, 36000 ਦੀਆਂ ਲਿਸਟਾਂ ਦਿਓ ਵੀ ਇਹਨਾਂ ਨੂੰ ਪੱਕੇ ਕਰ ਦਿਓ ਤੇ ਆਰਡਰ ਜਾਰੀ ਕਰੋ ਜੀ। ਜੇਕਰ ਨਹੀਂ ਕਰਨਾ, ਤੁਸੀਂ ਜੋ ਕਰ ਰਹੇ ਹੋ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲਾ ਵਿਹਲੇ ਕੰਮ, ਵੀ ਆਹ ਅਸੀਂ ਟੋਕਰੀ ਲੈ ਕੇ ਆਏ ਆ, ਗੁੰਗਲੂ ਵੀ ਤਾਜ਼ੇ ਨੇ, ਇਹਨਾਂ ਨੂੰ ਸਾਫ਼ ਕਰੋ, ਮਿੱਟੀ ਝਾੜੋ ਤੇ ਖਾ ਲਓ। ਤੁਹਾਡੇ ਕਿਸ ਦਿਨ ਦੀ ਗੱਲ ਹੈ ਜੀ? ਹਾਂਜੀ, ਇਹ ਕਿਸ ਦਿਨ ਦੀ ਗੱਲ ਹੈ? 26 ਨਵੰਬਰ ਦੀ ਗੱਲ 26 ਹੈ। ਨਵੰਬਰ, ਠੀਕ। ਔਰ ਉਸ ਤੋਂ ਬਾਅਦ ਅਸੀਂ ਇੱਕ ਜੋ ਇਹਨਾਂ ਨੇ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵੱਡੇ ਵੱਡੇ ਹੋਰਡਿੰਗ ਲਗਾਏ ਸੀਗੇ, ਪੂਰੇ ਪੰਜਾਬ ਦੇ ਕੋਨੇ ਭਰ ਦਿੱਤੇ ਸੀਗੇ, ਤਾਂ ਇੱਕ ਬੋਰਡ ਉੱਥੇ 8 ਫੇਸ ਦੇ ਕੋਲੇ ਵੀ ਲੱਗਿਆ ਹੋਇਆ ਸੀ, ਤਾਂ ਉਹਦੀ ਅਸੀਂ ਪੂਜਾ ਕੀਤੀ ਹੈ ਜੀ। ਵੀ ਪੂਜਾ ਕਰਨ ਦਾ ਪਰਪਸ ਸਾਡਾ ਇਹ ਸੀਗਾ ਵੀ ਕਮ ਸੇ ਕਮ ਤੁਸੀਂ ਐਲਾਨ ਤਾਂ ਕਰਤੇ ਆ, ਅਸੀਂ ਪੂਜਾ ਕਰਦੇ ਹਾਂ ਵੀ ਇਹ ਜੋ ਐਲਾਨ ਕੀਤਾ ਪ੍ਰਮਾਤਮਾ ਸਰਕਾਰ ਨੂੰ ਜਾਂ ਸਰਕਾਰ ਦੇ ਮੰਤਰੀਆਂ ਨੂੰ ਜਾਂ ਜੋ ਵੀ ਇਸ ਦੇ ਵਿੱਚ ਅਫਸਰ ਇਨਵੋਲਵ ਹੈ ਉਹਨਾਂ ਨੂੰ ਸਦਬੁੱਧੀ ਦੇਵੇ, ਪ੍ਰਮਾਤਮਾ ਇਹਨਾਂ ਤੇ ਮਿਹਰ ਕਰੇ ਤੇ ਵੀ ਇਹ ਇੰਪਲੀਮੈਂਟ ਹੋ ਜੇ ਤੇ ਸਾਡਾ ਭਵਿੱਖ ਵੀ ਬਣੇ। ਤੇ ਆ ਕਿਹੜੇ ਤਰੀਕ ਦੀ ਗੱਲ ਹੈ ਜੀ? 29 ਨਵੰਬਰ ਦੀ। ਠੀਕ ਹੈ। ਸੋ ਪਿਛਲੇ 2 ਹਫ਼ਤੇ 'ਚ ਇਹ ਕੁਝ ਮੇਜਰ ਐਕਟੀਵਿਟੀਜ਼ ਤੁਸੀਂ ਕੀਤੀਆਂ ਨੇ। ਇੱਕ ਮੈਨੂੰ ਹੋਰ ਗੱਲ ਦੱਸੋ, ਜਦ ਤੋਂ ਹੁਣ 23 ਨਵੰਬਰ ਤੋਂ ਬਾਅਦ ਜਦ ਤੋਂ ਇਹ ਧਰਨਾ ਚੱਲ ਰਿਹਾ, ਉਦੋਂ ਤੋਂ ਬਾਅਦ ਕੋਈ ਕਮਿਊਨੀਕੇਸ਼ਨ ਹੈ ਸਰਕਾਰ ਵੱਲੋਂ? ਸਰਕਾਰ ਵੱਲੋਂ ਜੇਕਰ ਪ੍ਰੋਪਰ ਚੈਨਲ ਕਮਿਊਨੀਕੇਸ਼ਨ ਦੀ ਗੱਲ ਕਰੀਏ ਤਾਂ ਸਰਕਾਰ ਕੋਈ ਤਵੱਜੋ ਨਹੀਂ ਦੇ ਰਹੀ ਹੈ ਜੀ। ਅਸੀਂ ਗੱਲਬਾਤ ਕਰ ਰਹੇ ਹਾਂ, ਅਸੀਂ ਪ੍ਰੋਟੈਸਟ ਵੀ ਕਰ ਰਹੇ ਹਾਂ, ਪਰ ਸਰਕਾਰ ਬਿਲਕੁਲ ਕਿਸੇ ਵੀ ਗੱਲ ਤੇ ਆਉਣ ਨੂੰ ਤਿਆਰ ਨਹੀਂ ਹੈ। ਬੀਤੇ ਦਿਨੀ ਸਾਡੇ ਵੱਲੋਂ ਇੱਕ ਹੋਰ 2 ਹੀ ਪ੍ਰੋਟੈਸਟ ਦਾ ਦੱਸਦੇ, ਇੱਕ ਹੋਰ ਪ੍ਰੋਟੈਸਟ ਉਹ ਵੀ ਇੱਕ ਨਿਵੇਕਲਾ ਸੀਗਾ, ਉਹਦਾ ਜ਼ਿਕਰ ਕਰਨਾ ਮੈਂ ਭੁੱਲ ਗਿਆ ਜੀ। ਅਸੀਂ ਲਾਸਟ ਫਰਾਈਡੇ ਨੂੰ ਜਲੰਧਰ ਦੇ ਵਿੱਚ ਇੱਕ ਰੈਲੀ ਕੀਤੀ ਸੀਗੀ ਜੀ। ਅੱਛਾ ਜੀ। ਸਿੱਖਿਆ ਮੰਤਰੀ ਦੇ ਘਰ ਦੇ ਬਾਹਰ, ਸਿੱਖਿਆ ਮੰਤਰੀ ਦੇ ਉੱਤੇ ਅਸੀਂ ਜਾ ਕੇ ਪ੍ਰੋਟੈਸਟ ਕੀਤਾ ਬਹੁਤ ਵੱਡਾ ਇਕੱਠ ਕਰਕੇ, ਤੇ ਉਸ ਦੇ ਵਿੱਚ ਇਹ ਸਾਡਾ ਮੋਟਿਵ ਸੀਗਾ ਵੀ ਕਿਸੇ ਵੀ ਧਾਰਮਿਕ ਸਥਾਨ ਤੇ ਜੇਕਰ ਆਪਾਂ ਜਾਂਦੇ ਆ ਤਾਂ ਅਸੀਂ ਨੰਗੇ ਪੈਰ ਜਾਂਦੇ ਆ, ਆਪਣੀ ਮੰਨਤ ਨੂੰ ਲੈ ਕੇ ਵੀ ਹਾਂਜੀ ਵੀ ਉਹ ਧਾਰਮਿਕ ਮੰਦਿਰ ਗੁਰਦੁਆਰੇ ਕਿਤੇ ਵੀ ਜਾਂਦੇ ਆ ਤਾਂ ਨੰਗੇ ਪੈਰ ਜਾਂਦੇ ਵੀ ਸਾਡੀ ਮਨੋਕਾਮਨਾ ਪੂਰੀ ਹੋਊਗੀ। ਸਾਡੀ ਇਸ ਟਾਈਮ ਮੇਜਰ ਮਨੋਕਾਮਨਾ ਵੀ ਹਾਂਜੀ ਵੀ ਸਾਨੂੰ ਰੈਗੂਲਰ ਕਰਨ ਦਾ, ਤੇ ਉਸ ਪ੍ਰੋਟੈਸਟ ਦੇ ਵਿੱਚ ਸਾਡੇ ਲੜਕੀਆਂ ਨੇ ਔਰ ਜਿੰਨੇ ਵੀ ਭਰਾ ਸੀਗੇ ਸਾਰਿਆਂ ਨੇ, ਭੈਣਾਂ ਨੇ, ਉਹਨਾਂ ਨੇ ਕਿਹਾ ਵੀ ਆਪਾਂ ਮਾਰਚ ਜੋ ਕਰਨਾ ਬਾਜ਼ਾਰਾਂ ਦੇ ਵਿੱਚ ਉਹ ਨੰਗੇ ਪੈਰ ਕਰਾਂਗੇ, ਅਸੀਂ ਸਿੱਖਿਆ ਮੰਤਰੀ ਦੇ ਘਰ ਨੰਗੇ ਪੈਰ ਜਾਵਾਂਗੇ। ਔਰ ਅਸੀਂ ਪੂਰਾ ਮਾਰਚ ਪੂਰਾ ਜਲੰਧਰ ਕੈਂਟ ਦੇ ਬਾਜ਼ਾਰਾਂ ਦੇ ਵਿੱਚ ਨੰਗੇ ਪੈਰ ਪਹੁੰਚੇ ਆ ਸਿੱਖਿਆ ਮੰਤਰੀ ਦੀ ਕੋਠੀ। ਤਾਂ ਉੱਥੇ ਸਾਨੂੰ ਜਲੰਧਰ ਐਡਮਿਨਿਸਟ੍ਰੇਸ਼ਨ ਵੱਲੋਂ 3 ਤਰੀਕ ਦੀ ਮੀਟਿੰਗ ਦਾ ਟਾਈਮ ਦਿੱਤਾ ਗਿਆ। 3 ਦਸੰਬਰ ਦਾ। 3 ਦਸੰਬਰ ਨੂੰ ਅਸੀਂ ਜਲੰਧਰ ਸਿੱਖਿਆ ਮੰਤਰੀ ਨੂੰ ਲੇਟੈਸਟ ਮਿਲੇ ਆ, ਤਾਂ ਉਹਨਾਂ ਨੇ ਕਹਿ ਦਿੱਤਾ ਕਿ ਅਫਸਰਾਂ ਨੂੰ ਮਿਲੋ ਜਾ ਕੇ। ਅਸੀਂ ਕਿਹਾ ਵੀ ਤੁਸੀਂ ਮਹਿਕਮੇ ਦੇ ਮੰਤਰੀ ਹੋ, ਸਰਕਾਰ ਚੋ ਸਰਕਾਰ ਦੇ ਫੈਸਲੇ ਅਸੀਂ ਤੁਹਾਡੇ ਮੂੰਹੋਂ ਜੇਕਰ ਵਿਸ਼ਵਾਸ ਲਾਂਗੇ ਤਾਂ ਸਾਡਾ ਅਥੈਂਟਿਕ ਹੋਊਗਾ, ਪਰ ਉਹ ਆਪਣੇ ਮੂੰਹੋਂ ਕੁਝ ਨਹੀਂ ਬੋਲੇ ਆ, ਬਸ ਉਹਨਾਂ ਨੇ ਇਹੀ ਕਿਹਾ ਵੀ ਅਫਸਰਾਂ ਨੂੰ ਮਿਲੋ। ਉਹਨਾਂ ਨੇ ਅਫਸਰਾਂ ਨੂੰ ਫੋਨ ਕੀਤਾ, ਪਰ ਜੇਕਰ ਅਸੀਂ ਅਫਸਰਾਂ ਕੋਲੇ ਆਏ ਆ ਤਾਂ ਅਫਸਰ ਵੀ ਹਾਲ ਦੀ ਘੜੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਆ ਜੀ। ਤੇ ਤੁਸੀਂ ਕਿਉਂਕਿ ਸਿੱਖਿਆ ਵਿਭਾਗ ਦੇ ਬਾਹਰ ਹੀ ਬੈਠੇ ਹੋ, ਉੱਥੇ ਵੀ ਅਫਸਰ ਆਉਂਦੇ ਜਾਂਦੇ ਹੋਣਗੇ, ਤੁਹਾਡੇ ਅਫਸਰ ਉਹਨਾਂ ਨਾਲ ਕੋਈ ਕਮਿਊਨੀਕੇਸ਼ਨ ਜਾਂ ਨਹੀਂ? ਉੱਥੇ ਇਹ ਹੈ ਕਿ ਇੱਕ ਪ੍ਰੋਟੈਸਟ ਸਾਡੇ ਵੱਲੋਂ ਨਾਨ ਟੀਚਿੰਗ ਸਟਾਫ ਵੱਲੋਂ ਚੱਲ ਰਿਹਾ, ਔਰ ਇੱਕ ਪ੍ਰੋਟੈਸਟ ਉੱਥੇ ਪਿਛਲੇ 6 ਮਹੀਨਿਆਂ ਤੋਂ ਕੱਚੇ ਅਧਿਆਪਕਾਂ, ਕੱਚੇ ਵਲੰਟੀਅਰ ਵੱਲੋਂ ਚੱਲ ਰਿਹਾ। ਤਾਂ ਉਹਨਾਂ ਦਾ ਪ੍ਰੋਟੈਸਟ 6 ਮਹੀਨੇ ਲਗਾਤਾਰ ਲੰਬਾ ਹੋਣ ਕਰਕੇ ਉਹਨਾਂ ਦੇ ਹੱਥ ਪੱਲੇ ਵੀ ਕੁਝ ਨਹੀਂ ਪਕੜਾਇਆ, ਔਰ ਉਹਨਾਂ ਨੂੰ ਬਹੁਤ ਵਾਰ ਲਾਰੇ ਲਗਾਏ, ਤਾਂ ਉਹਨਾਂ ਨੇ ਅੱਕ ਕੇ ਇਸ ਸਟੇਜ ਤੇ ਆ ਗਏ ਕਿ ਉਹਨਾਂ ਨੇ ਸਿੱਖਿਆ ਵਿਭਾਗ ਦਾ ਦਫ਼ਤਰ ਬੰਦ ਕਰਤਾ ਹੋਇਆ ਜੀ। ਪਿਛਲੇ 15 ਦਿਨਾਂ ਤੋਂ ਸਿੱਖਿਆ ਵਿਭਾਗ ਦਾ ਦਫ਼ਤਰ ਬੰਦ ਹੈ।
ਕੋਈ ਵੀ ਉੱਥੇ ਅਫਸਰ ਜਾਂ EMPLOYE ਉੱਪਰ ਨਹੀਂ ਆ ਰਿਹਾ। ਸਰਕਾਰ ਦੀ ਇੰਨੀ ਤਵੱਜੋ ਨਹੀਂ ਹੋ ਰਹੀ। ਇਹ ਦੇਖੋ ਜੀ 15 ਦਿਨਾਂ ਤੋਂ ਇੱਕ ਮਹਿਕਮੇ ਦਾ ਪੰਜਾਬ ਦਾ ਦਫ਼ਤਰ ਬੰਦ ਹੋਏ, ਸਰਕਾਰ ਉਹਨਾਂ ਨਾਲ ਵੀ ਗੱਲ ਨਹੀਂ ਕਰ ਰਹੀ, ਸਰਕਾਰ ਬਾਕੀ ਵੀ ਕਿਸੇ ਧਰਨਾਕਾਰੀਆਂ ਨਾਲ ਗੱਲ ਨਹੀਂ ਕਰ ਰਹੀ। ਜੀ ਅਵਲ ਤੇ ਤਾਂ ਪਹੁੰਚੀ ਹੋਈ ਹੈ ਐਜੂਕੇਸ਼ਨ, ਪਰ ਜੇ ਇਹੀ ਹਾਲ ਰਹੇ ਫਿਰ ਤਾਂ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਦੇਰ ਰਹਿ ਪਾਏਗੀ। ਪਰ ਸਿਆਲ ਚੱਲ ਰਿਹਾ ਇਸ ਵੇਲੇ, ਤੁਸੀਂ ਰਾਤਾਂ ਨੂੰ ਕੀ ਕਰਦੇ ਹੋ ਜੀ? ਧਰਨਾ ਤਾਂ ਚੱਲ ਰਿਹਾ। ਰਾਤਾਂ ਨੂੰ ਸੜਕਾਂ ਤੇ ਸੌਣ ਵਾਲਾ ਮਾਹੌਲ ਹੀ ਹੈ ਜੀ। ਜੇਕਰ ਸਰਕਾਰਾਂ, ਇਹ ਆਮ ਆਦਮੀ ਕਹਿ ਰਹੇ ਆ, ਮੁੱਖ ਮੰਤਰੀ ਸਾਹਿਬ ਜਿੱਥੇ ਵੀ ਜਾਂਦੇ ਆ ਕਿ ਮੈਂ ਇੱਕ ਆਮ ਆਦਮੀ ਆ, ਮੈਂ ਆਮ ਲੋਕਾਂ ਦਾ ਮੁੱਖ ਮੰਤਰੀ ਆ, ਪਰ ਜਦੋਂ ਮਿਲਣ ਦੀ ਗੱਲ ਆਉਂਦੀ ਆ, ਅਸੀਂ ਕੱਲ ਵੀ ਇਹ ਪ੍ਰੋਟੈਸਟ ਤੋਂ ਬਾਅਦ ਮੁੱਖ ਮੰਤਰੀ ਨਿਵਾਸ ਗਏ ਆ, ਪਰ ਉੱਥੇ ਬੜੀ ਹਾਸੋਹੀਣੀ ਗੱਲ ਹੋਈ ਜੀ ਕਿ ਇੱਕ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਹੋਏ ਤੇ ਉੱਥੇ ਇਹ ਕਿਹਾ ਗਿਆ ਹੋਵੇ ਕਿ ਹਾਂਜੀ ਵੀ ਅੰਦਰ ਤਾਂ ਨਾ ਕੋਈ PA ਅਵੇਲੇਬਲ ਹੈ, ਨਾ ਕੋਈ ਅਧਿਕਾਰੀ ਹੈ, ਨਾ ਕੋਈ ਸਰਕਾਰੀ ਅਫਸਰ ਹੈ, ਇਹ ਤਾਂ ਕੋਠੀ 'ਚ ਕਾਂ ਬੋਲਦੇ ਪਏ ਆ ਜੀ। ਸੋ ਹੁਣ ਤੱਕ ਮੁਲਾਕਾਤ ਵੀ ਨਹੀਂ ਹੋ ਪਾ ਰਹੀ ਹੈ ਤੁਹਾਡੀ CM ਨਾਲ ਵੀ। ਬਿਲਕੁਲ। ਪਰ ਦੇਖੋ ਇਸ ਸਰਕਾਰ ਦੇ ਪਹਿਲੇ ਦਿਨ ਤੋਂ ਇਹ ਪ੍ਰੋਟੈਸਟ ਚੱਲ ਰਿਹਾ, ਸੋ ਇਹ ਤਾਂ ਆਪਾਂ ਮੰਨ ਹੀ ਨਹੀਂ ਸਕਦੇ ਕਿਸੇ ਹਾਲਾਤ 'ਚ ਕਿ CM ਹੋਵੇ ਜਾਂ ਕੋਈ ਵੀ ਹੋਵੇ, ਇਹਨੂੰ ਇਸ ਗੱਲ ਦਾ ਨਹੀਂ ਪਤਾ। ਤੇ ਹੁਣ ਤਾਂ ਤੁਸੀਂ ਸਿੱਖਿਆ ਮੰਤਰੀ ਨੂੰ ਵੀ ਮਿਲ ਆਏ ਹੋ, ਪਰ ਜੇ ਸਿੱਖਿਆ ਮੰਤਰੀ ਹੀ ਨਹੀਂ ਕੋਈ ਹੱਥ ਪੱਲਾ ਫੜਾ ਰਿਹਾ ਤਾਂ ਤੁਹਾਡੇ ਕੋਲ ਕੀ ਆਪਸ਼ਨ ਹੈ? ਤੁਹਾਡਾ ਅੱਗੇ ਦਾ ਰਾਹ ਕੀ ਹੈ? ਜੀ, ਇਸ ਤੋਂ ਮੈਂ ਬਾਈ ਨੂੰ ਦੱਸਣਾ ਭੁੱਲ ਗਿਆ ਕਿ ਐਕਸ਼ਨ ਸਾਡਾ ਸੀਗਾ ਕਿ ਜਿਵੇਂ CM ਚੰਨੀ ਸਾਹਿਬ ਕਿਤੇ ਰੇਹੜੀ 'ਤੇ ਬੈਠੇ ਮਿਲ ਜਾਂਦੇ ਆ, ਕਿਤੇ ਚਾਹ ਪੀਂਦੇ ਮਿਲ ਜਾਂਦੇ ਆ, ਕਿਤੇ ਲੋਕਾਂ ਦੀ ਥੜੀ ਵਿੱਚ ਮੁਸ਼ਕਲਾਂ ਸੁਣਦੇ ਆ। ਅਸੀਂ ਲਾਈਟਾਂ ਲੱਭ ਕੇ ਲਾ ਕੇ, ਸ਼ਨੀਵਾਰ ਦੀ ਗੱਲ 27-28 ਤਰੀਕ ਹੋ ਗਈ ਸ਼ਾਇਦ, ਮੋਹਾਲੀ ਸੜਕਾਂ 'ਤੇ ਲੱਭਿਆ ਉਹਨਾਂ ਨੂੰ ਕਿ ਸਾਨੂੰ ਲੱਭ ਜੇ ਮਿਲ ਜੇ ਕਿਤੇ ਬੈਠਾ ਹੋਵੇ, ਤਾਂ ਅਸੀਂ ਉਹਦੀ ਆਪਣੀ ਗੱਲ ਦੱਸਣ ਵਾਲੀ, ਅਸੀਂ ਭਾਈ ਤੇਰੇ ਦਬਾਅ ਵੀ ਜਾ ਕੇ ਆਏ ਆ, ਸਾਨੂੰ ਗੱਲ ਸੁਣ ਲਾ। ਤਾਂ ਇੱਥੇ ਸਰਕਾਰ ਦੇ ਵਿੱਚ ਨਿਆਂ ਹੈ ਨਹੀਂ ਅਸਲੀ। ਪਿਛਲੇ 5 ਸਾਲ ਸਾਡੇ ਖਰਾਬ ਕਰਤੇ ਜ਼ਿੰਦਗੀ ਦੇ, ਸਾਡੇ ਸਾਰੇ ਸੀ ਬੱਚੇ ਵੀਰੇ ਸੀਗੇ, ਇਹਨਾਂ ਜ਼ਿੰਦਗੀ 5 ਸਾਲ ਸਾਡੇ ਖਰਾਬ ਕਰਤੇ ਸਰਕਾਰ ਨੇ ਕਿ ਸਾਡੀ ਨਾ ਗੱਲ ਸੁਣਨ ਵਾਲਾ ਹੈ ਹੀ ਕੋਈ ਨਹੀਂ ਇੱਥੇ। ਅਸੀਂ ਕਿਹਦੇ ਦੁਆਰੇ ਜਾਈਏ? ਅਸੀਂ ਦਿੱਲੀ ਰਾਹੁਲ ਗਾਂਧੀ ਦੇ ਘਰੇ ਵੀ ਜਾ ਆਏ, ਕਾਂਗਰਸ ਭਵਨ ਵੀ ਜਾ ਆਏ ਵੀ ਤੁਹਾਡਾ ਸਰਕਾਰ ਆ ਪੰਜਾਬ ਦੇ ਵਿੱਚ, ਸਾਡੀ ਗੱਲ ਸੁਣ ਲਓ। ਬਈ ਇਹਨਾਂ ਦਾ ਕੋਈ ਸਮਝ ਨਹੀਂ ਕਿ ਅਸੀਂ ਦੁਬਾਰੇ ਕਿਹਦੇ ਜਾਈਏ। ਸਿੱਖਿਆ ਮੰਤਰੀ ਆ ਕਹਿੰਦਾ ਸਾਡੇ ਮੰਤਰੀ ਸੈਕਟਰੀ ਮਿਲ ਲਓ। ਬਈ ਡਿਸੀਜਨ ਮੇਕਰ ਤੂੰ ਆ, ਸਾਡੀ ਗੱਲ ਤੁਸੀਂ ਸੁਣਨੀ ਆ, ਡਿਸੀਜਨ ਤੁਸੀਂ ਲੈਣਾ ਹੈ। ਵੀ ਸੈਕਟਰੀ ਸਾਡਾ ਕੀ ਡਿਸੀਜਨ ਲਊਗਾ? ਸੈਕਟਰੀ ਸਾਹਿਬ ਕਹਿੰਦੇ ਸਾਡੇ ਮੇਰੇ ਕੋਲ ਹਦਾਇਤ ਕੋਈ ਨਹੀਂ ਆਈ। ਸੈਕਟਰੀ ਸਾਹਿਬ ਨੂੰ ਮਿਲਦੇ ਜਾ ਕੇ, ਉਹ ਕਹਿੰਦੇ ਮੇਰੇ ਕੋਲ ਹਦਾਇਤ ਨਹੀਂ, ਮੈਂ ਤੁਹਾਨੂੰ ਪੱਕੇ ਕਿਵੇਂ ਕਰਦੇ ਆ। ਤਾਂ ਇਹ ਹਾਲਾਤ ਬਣੇ ਹੋਏ ਸਰਕਾਰ ਦੇ ਅੱਜ ਕੱਲ੍ਹ ਜੀ। ਪਰ ਫਿਰ ਅੱਗੇ ਕੀ ਕਰ ਸਕਦੇ ਹੋ? ਇਸ ਤੋਂ ਅੱਗੇ ਕਿਵੇਂ ਪ੍ਰੋਟੈਸਟ ਚੱਲੇਗਾ? ਸਰ ਇੱਕ ਗੱਲ ਨਾ ਪਹਿਲਾਂ ਵੀਰ ਜੀ ਨੇ ਕਹੀ ਸੀ ਕਿ ਇਹ ਕਮੇਟੀਆਂ ਵਾਲੀ ਸਰਕਾਰ ਹੈ, ਤੇ ਮੈਂ ਇਸ ਚੀਜ਼ ਤੇ ਸੋਚਦਾ ਵੀ ਇੱਕ ਨਾ ਜਿਹੜਾ ਕੰਮ ਨਹੀਂ ਕਰਨਾ ਹੁੰਦਾ ਨਾ ਕਿਸੇ ਨੇ, ਵੀ ਉਹ ਕੰਮ ਦੇ ਲਈ ਕਮੇਟੀ ਬਣਾ ਦਿੰਦੇ ਆ ਵੀ ਜੋ ਕੰਮ ਮਿੱਟੀ ਕਰਨਾ, ਵੀ ਉਹ ਚੀਜ਼ ਨੂੰ ਕਮੇਟੀ ਕਹਿੰਦੇ ਹੈਗੇ ਜੀ। ਤੇ ਸਾਡੇ ਲਈ ਤਾਂ ਉਹਦੇ ਤੋਂ ਵੀ ਵੱਡੀ ਗੱਲ ਹੋ ਜਾਂਦੀ ਹੈ ਸਾਡਾ ਸਭ ਕੰਮ ਮਿੱਟੀ ਜੀ। ਸਾਡੇ ਲਈ ਤਾਂ ਸਭ ਕਮੇਟੀਆਂ ਬਣ ਰਹੀਆਂ ਨੇ। ਬਾਰ-ਬਾਰ ਜਦੋਂ ਵੀ ਗੱਲ ਕਰੋ, ਹੁਣ ਵੀ ਲੇਟੈਸਟ ਵੀ ਜਿਹੜਾ 36000 ਦੀ ਅਨਾਉਂਸਮੈਂਟ ਤੋਂ ਬਾਅਦ ਵੀ ਇਹਨਾਂ ਨੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੇ ਲਈ ਇੱਕ ਸਬ ਕਮੇਟੀ ਅਲੱਗ ਤੋਂ ਤਿਆਰ ਕੀਤੀ ਹੋਈ ਹੈ, ਜਿਸ ਦੀ ਕਿ ਐਜੂਕੇਸ਼ਨ ਮਿਨਿਸਟਰ ਦੇ ਨਾਲ ਮੀਟਿੰਗ ਹੋਈ ਹੈ। ਫਾਈਨਾਂਸ ਮਿਨਿਸਟਰ ਉਹਦੇ 'ਚ ਹਾਜ਼ਰ ਸੀ, ਫਾਈਨਾਂਸ ਸੈਕਟਰੀ ਉੱਥੇ ਹਾਜ਼ਰ ਸੀ, ਸਾਡੇ ਡਿਪਾਰਟਮੈਂਟ ਦੇ ਸੈਕਟਰੀ ਉੱਥੇ ਹਾਜ਼ਰ ਸੀ, ਤੇ ਉਹਨਾਂ ਸਾਰਿਆਂ ਦੇ ਵਿੱਚ ਸਾਡਾ ਮਸਲਾ ਵੀ ਸ਼ਾਇਦ ਡਿਸਕਸ ਹੋਇਆਗਾ। ਤੇ ਪਰ 3 ਤਰੀਕ ਦੀ ਸੀ EM ਸਾਹਿਬ ਦੀ ਮੀਟਿੰਗ ਦੇ ਵਿੱਚ ਸਾਨੂੰ ਉਹਦੇ ਉੱਤੇ ਕੋਈ ਵੀ ਚਾਨਣਾ ਨਹੀਂ ਪਾਇਆ ਗਿਆ ਕਿ ਉਸ ਮੀਟਿੰਗ ਦੇ ਵਿੱਚ ਸਾਡਾ ਕੀ ਡਿਸਕਸ ਕੀਤਾ ਹੈਗਾ। ਹੁਣ ਇੱਕ ਜਿਹੜਾ ਹੈਗਾ ਇਲੈਕਸ਼ਨ ਦਾ ਟਾਈਮ ਨੇੜੇ ਆਇਆ ਹੋਇਆ, ਤੇ ਉਸੇ ਇਲੈਕਸ਼ਨ ਦੇ ਟਾਈਮ ਨੂੰ ਦੇਖਦਿਆਂ ਹੋਏ ਇਹਨਾਂ ਨੇ ਇੱਕ ਇਲੈਕਸ਼ਨ ਸਟੰਟ ਖੇਡਿਆ ਹੈਗਾ। ਤੇ ਪਹਿਲਾਂ ਰਾਜਾ ਸਾਹਿਬ ਰੱਖੇ ਹੋਏ ਸੀ, 4.5 ਸਾਲ ਉਹਨਾਂ ਨੇ ਨਹੀਂ ਕਿਸੇ ਨੂੰ ਦੇਖਿਆ ਹੈਗਾ, ਤੇ ਉਹ ਧ੍ਰਿਤਰਾਸ਼ਟਰ ਦੀ ਤਰ੍ਹਾਂ ਉਹ ਰਹੇ ਨੇ। ਉਹਨਾਂ ਕੋਲੇ 18 ਸੰਜੇ ਰੱਖੇ ਹੋਏ ਸੀ, ਜੋ ਉਹ ਥੱਲੇ ਬੈਠੇ ਕਹਿੰਦੇ ਸੀ ਕਿ ਉਹ ਸਹੀ ਚੱਲ ਰਿਹਾ, ਇਹ ਵੀ ਸਹੀ ਚੱਲ ਰਿਹਾ, ਸਾਰਾ ਪੰਜਾਬ ਖੁਸ਼ਹਾਲ ਹੈ, ਤੇ ਉਹ ਸੁਣਦੇ ਰਹੇ ਤੇ ਆਪਣੀਆਂ ਰੰਗਰਲੀਆਂ ਦੇ ਵਿੱਚੋਂ ਮਸਤ ਰਹੇ। ਤੇ ਇਲੈਕਸ਼ਨ ਸਟੰਟ ਦੇ ਤੌਰ ਤੇ ਹੀ ਇਹਨਾਂ ਨੇ ਮੌਕੇ ਦੇ ਉੱਤੇ ਆ ਕੇ CM ਦਾ ਚਿਹਰਾ ਚੇਂਜ ਕੀਤਾ ਹੈਗਾ, ਤੇ ਇਹਨਾਂ ਨੂੰ ਸ਼ਾਇਦ ਇੰਨਾ ਕੁ ਜ਼ਿਆਦਾ ਉਹਨਾਂ ਨੇ ਖੁੱਲਾ ਛੱਡਤਾ ਕਿ ਜੋ ਵੀ ਮਸਲਾ ਹੈਗਾ ਹਰ ਇੱਕ ਚੀਜ਼ ਦੀ ਤੁਸੀਂ ਅਨਾਉਂਸਮੈਂਟ ਕਰ ਦਿਓ ਜੀ। ਇਹ ਹਰ 4 ਦਿਨਾਂ ਦੇ ਵਿੱਚ 4 ਅਨਾਉਂਸਮੈਂਟ ਇਹਨਾਂ ਦੀਆਂ ਤਿਆਰ ਹੁੰਦੀਆਂ ਨੇ। ਇੱਕ ਅਨਾਉਂਸਮੈਂਟ ਕਰਦੇ ਨਹੀਂ ਤੇ ਉਸ ਤੋਂ ਬਾਅਦ ਅਗਲੀ ਅਨਾਉਂਸਮੈਂਟ ਦਾ ਇਹ ਪਲੰਦਾ ਤਿਆਰ ਕਰ ਲੈਂਦੇ ਨੇ ਕਿ 4 ਦਿਨਾਂ ਬਾਅਦ ਕੀ ਅਨਾਉਂਸਮੈਂਟ ਕਰਨੀ, ਕਿਉਂਕਿ ਇਹਨਾਂ ਨੂੰ ਇਹ ਚੀਜ਼ ਦਾ ਪਤਾ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਇਹ ਬਹੁਤ ਦਰਿਆ ਦਿਲ ਨੇ। ਇੱਕ ਗੱਲ ਸੁਣਦੇ ਆ ਤੇ ਦੂਸਰੀ ਗੱਲ ਭੁੱਲ ਜਾਂਦੇ ਆ ਜੀ। ਜਿਵੇਂ ਕਹਿੰਦੇ ਤਾਜ਼ਾ ਲਿਪਿਆ ਦੇਖਦੇ ਆ ਬਿਲਕੁਲ, ਤੇ ਸ਼ਾਇਦ ਉਸੇ ਤਾਜ਼ੇ ਲਿਪੇ ਦੇ ਉੱਤੇ ਜਾਂ ਲਗਾ ਲਓ ਸਰਕਾਰ ਦੇ ਇਲੈਕਸ਼ਨ ਸਟੰਟ ਦੇ ਉੱਤੇ ਅਸੀਂ ਵੀ ਕੰਮ ਕਰ ਰਹੇ ਹਾਂ। ਅਸੀਂ ਸਰਕਾਰ ਦਾ ਭੰਡੀ ਪ੍ਰਚਾਰ ਵੀ ਕਰ ਰਹੇ ਹਾਂ ਜੀ। ਤੇ ਉਹ ਭੰਡੀ ਪ੍ਰਚਾਰ ਸਿਰਫ ਇਹ ਨਹੀਂ ਹੈ ਕਿ ਅਸੀਂ ਮੀਡੀਆ ਦੇ ਥਰੂ ਹੀ ਕਰਨਾ ਹੈ, ਸਿਰਫ ਅਸੀਂ ਘਰ ਘਰ ਜਾ ਕੇ ਹਰ ਇੱਕ ਜਗ੍ਹਾ ਦੇ ਉੱਤੇ ਹਰ ਇੱਕ ਪਿੰਡ ਦੇ ਵਿੱਚ ਅਸੀਂ ਇਹਨਾਂ ਦਾ ਭੰਡੀ ਪ੍ਰਚਾਰ ਕਰਨਾ। ਪਰ ਤੁਹਾਡਾ ਪ੍ਰੋਟੈਸਟ ਹੁਣੇ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ। ਪੰਜਾਬ 'ਚ ਜ਼ਿਆਦਾਤਰ 2 ਹੀ ਸਰਕਾਰਾਂ ਬਣਦੀਆਂ ਤੇ ਤੁਸੀਂ ਦੋਵਾਂ ਦੇ ਵੇਲੇ ਕਰ ਲਿਆ। ਤੁਸੀਂ ਚਲੋ ਭੰਡੀ ਪ੍ਰਚਾਰ ਕਰ ਲਓਗੇ, ਵੱਧ ਤੋਂ ਵੱਧ ਸਰਕਾਰ ਬਦਲ ਜੂਗੀ, ਪਰ ਤੁਹਾਡੀ ਤਾਂ ਪਿਛਲੀ ਸਰਕਾਰ ਨੇ ਵੀ ਨਹੀਂ ਸੁਣੀ। ਸੋ ਮੈਨੂੰ ਲੱਗਦਾ ਤੁਹਾਡਾ ਮੁੱਦਾ ਹੁਣ
ਕਿਹੜੀ ਪਾਰਟੀ ਦੀ ਸਰਕਾਰ ਆਂਦੀ ਹੈ ਉਹਦੇ ਜੋਗਾ ਨਹੀਂ ਰਹਿ ਗਏ। ਸੋ ਤੁਹਾਡੇ ਕੋਲ ਫਿਰ ਹੱਲ ਕੀ ਹੈ? ਸਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਨਾ, ਸਰਕਾਰਾਂ ਚਾਹੇ 2 ਪਾਰਟੀਆਂ ਨੇ ਚਾਹੇ 4 ਪਾਰਟੀਆਂ ਦੀਆਂ ਵੀ ਚੇਂਜ ਹੋ ਕੇ ਆਉਂਦੀਆਂ ਨੇ, ਸਰਕਾਰਾਂ ਦਾ ਮਸਲਾ ਇਹ ਨਹੀਂ ਹੁੰਦਾ ਕਿ ਉਹਨਾਂ ਨੇ ਸਾਡੀ ਗੱਲ ਸੁਣਨੀ ਹੈ ਤੇ ਸਾਡੇ ਹੱਲ ਕਰਨੇ ਨੇ। ਸਰਕਾਰਾਂ ਨੇ ਇਹੀ ਹੈ ਵੀ ਲੱਕੜ ਦੇ ਮੁੰਡੇ ਦੇਣੇ ਹੁੰਦੇ ਨੇ ਤੇ ਉਹ ਹੱਲ ਕਰਨੇ ਉਹਨਾਂ ਦੇ ਬਹੁਤ ਔਖੇ ਜਿਹੜੇ ਉਹਨਾਂ ਦੇ ਏਜੰਡੇ ਦੇ ਵਿੱਚ ਹੁੰਦੇ ਨੇ। ਤੇ ਸਾਡਾ ਜਿਹੜਾ ਮਕਸਦ ਹੈਗਾ ਵੀ ਅਸੀਂ ਸਿਰਫ ਇਸ ਚੀਜ਼ ਤੱਕ ਨਹੀਂ ਟਿਕੇ ਹੋਏ ਵੀ ਇਹਨਾਂ ਨੇ ਅਨਾਉਂਸਮੈਂਟ ਕਰਤੀ ਤੇ ਅਸੀਂ ਸੁਣ ਕੇ ਚੁੱਪ ਕਰ ਗਏ। ਤੇ ਜੇ ਸਾਡਾ ਹੱਲ ਨਹੀਂ ਕਰਦੇ ਸਰਕਾਰ ਤਾਂ ਅਸੀਂ ਹਰ ਜਗ੍ਹਾ ਦੇ ਉੱਤੇ ਇਹਨਾਂ ਦਾ ਜਿਹੜਾ ਹੈਗਾ ਭੰਡੀ ਪ੍ਰਚਾਰ ਕਰਨਾ ਹੈਗਾ। ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸੀਂ ਇਹਨਾਂ ਨੂੰ ਸਵਾਲ ਕਰਨੇ ਨੇ। ਪਿਛਲੀਆਂ ਸਰਕਾਰਾਂ ਦੇ ਟਾਈਮ, ਪਿਛਲੇ ਇਲੈਕਸ਼ਨ ਟਾਈਮ ਦੇ ਵਿੱਚ ਵੀ ਸਾਡਾ ਇਹ ਚੀਜ਼ ਰਿਹਾ, ਇਹ ਮੋਟਿਵ ਰਿਹਾ ਹੈਗਾ। ਅਸੀਂ ਖੁਦ ਇਹਨਾਂ ਨੂੰ ਸੱਥਾਂ ਦੇ ਵਿੱਚ, ਜਿਵੇਂ ਇਹ ਲੋਕ ਸੱਥ ਬਣਾ ਕੇ ਗੱਲ ਕਰਦੇ ਹੁੰਦੇ ਸੀ, ਤਾਂ ਉਹਨਾਂ ਸੱਥਾਂ ਦੇ ਵਿੱਚ ਅਸੀਂ ਇਹਨਾਂ ਨੂੰ ਸਵਾਲ ਕੀਤੇ ਨੇ ਤੇ ਉਹਨਾਂ ਸਵਾਲਾਂ ਦੇ ਇਹਨਾਂ ਕੋਲ ਜਵਾਬ ਨਹੀਂ ਹੁੰਦੇ। ਤੇ ਜਦੋਂ ਇਹ ਪਿੰਡ ਦੇ 1000 ਬੰਦੇ ਦੇ ਸਾਹਮਣੇ ਆ ਕੇ, ਵੈਸੇ ਇਹਨਾਂ ਦਾ ਜਿਹੜਾ ਸੱਥ ਦਾ ਤਰੀਕਾ ਵੀ ਹੁੰਦਾ ਨਾ, ਤਾਂ ਇਹ ਆਪਣੇ ਚਹੇਤਿਆਂ ਨੂੰ ਬਿਠਾ ਕੇ ਜਿਹੜਾ ਪ੍ਰੋਗਰਾਮ ਕਰਦੇ ਆ, ਬਟ ਉਹ ਚਹੇਤਿਆਂ ਦੇ ਵਿੱਚ ਵੀ ਇਹਨਾਂ ਦੇ ਚਹੇਤਿਆਂ ਦੇ ਵਿੱਚ ਵੀ ਦੁਖਿਆਰੇ ਬੈਠੇ ਹੈਗੇ ਕਿ ਜਿਹੜਾ ਕੋਈ ਬੰਦਾ ਦੁਖੀ ਹੋਏਗਾ ਤੇ ਉਹ ਆਪਣੀ ਪੁਕਾਰ ਜ਼ਰੂਰ ਕਰੇਗਾ। ਤੇ ਅਸੀਂ ਹਰ ਮੰਚ ਦੇ ਉੱਤੇ, ਹਰ ਜਗ੍ਹਾ ਦੇ ਉੱਤੇ ਸਰਕਾਰ ਦੀਆਂ ਜਿਹੜੀਆਂ ਇਹਨਾਂ ਕੋਝੀਆਂ ਨੀਤੀਆਂ ਦਾ ਜਿਹੜਾ ਵਿਰੋਧ ਕਰਾਂਗੇ ਤੇ ਹੋ ਸਕਦਾ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਅਸੀਂ ਕੁਝ ਯੋਗਦਾਨ ਪਾ ਸਕੀਏ। ਜੀ ਬਿਲਕੁਲ, ਸਾਡੀ ਵੀ ਇਹ ਕੋਸ਼ਿਸ਼ ਹੈ ਕਿ ਅਸੀਂ ਇਹਨਾਂ ਦਾ ਮੁੱਦਾ ਜਿਹੜਾ ਹੈ ਨਾ ਸਿਰਫ ਤੁਹਾਡੇ ਸਾਹਮਣੇ ਲੈ ਕੇ ਆਈਏ, ਉਹਨੂੰ ਮੈਨੂੰ ਲੱਗਦਾ ਸਰਲ ਭਾਸ਼ਾ 'ਚ ਲੋਕਾਂ ਨੂੰ ਸਮਝਾਉਣਾ ਜ਼ਰੂਰੀ ਹੁੰਦਾ ਹੈ। ਕਿਉਂਕਿ ਜੇ ਡਾਇਰੈਕਟਲੀ ਵੀ ਇਹ ਲੋਕਾਂ ਨੂੰ ਮੈਟਰ ਨਹੀਂ ਕਰਦੀ ਚੀਜ਼ ਤੁਹਾਡੀ, ਪਰ ਜੇ ਉਹਨੂੰ ਸਮਝ ਆ ਜਾਵੇ ਸਾਡੇ ਸਕੂਲਾਂ 'ਚ ਤੁਹਾਡਾ ਕੀ ਯੋਗਦਾਨ ਹੈ ਤੇ ਉਹਦੇ ਕਰਕੇ ਉਹਨਾਂ ਦੇ ਆਪ ਦੇ ਬੱਚਿਆਂ ਦੀ ਵੀ ਪੜ੍ਹਾਈ ਸਫਰ ਕਰ ਰਹੀ ਹੈ, ਮੈਨੂੰ ਲੱਗਦਾ ਉਹ ਅਸੀਂ ਸਮਝਾਉਣ ਦੀ ਅੱਜ ਕੋਸ਼ਿਸ਼ ਕੀਤੀ ਹੈ। ਜਾਂਦੇ ਜਾਂਦੇ ਕੋਈ ਆਖਰੀ ਗੱਲ ਜਿਹੜੀ ਕਹਿਣਾ ਚਾਹੋ? ਬਿਲਕੁਲ, ਅਸੀਂ ਤਾਂ ਫਿਰ ਪੰਜਾਬ ਦੀ ਜਨਤਾ ਨੂੰ ਵੀ ਔਰ ਸਰਕਾਰ ਨੂੰ ਵੀ ਇੱਕ ਅਪੀਲ ਕਰਦੇ ਹਾਂ ਕਿ ਸਰਕਾਰ ਦਾ ਰੋਲ ਇੱਕ ਮਾਈ ਬਾਪ ਦਾ ਰੋਲ ਹੁੰਦਾ। ਸੂਬੇ ਨੂੰ ਚਲਾਉਣਾ ਹੈ ਤਾਂ ਸਰਕਾਰ ਦਾ ਇੱਕ ਮਾਈ ਬਾਪ ਦਾ ਰੋਲ ਹੈ ਵੀ ਤੁਸੀਂ ਤੁਹਾਡੇ ਇਸ ਰਾਜ ਦੇ ਵਿੱਚ ਕਿਸ ਨੂੰ ਕੀ ਮਿਲ ਰਿਹਾ, ਕਿਸ ਨੂੰ ਕੀ ਮਿਲ ਰਿਹਾ ਸੀ ਔਰ ਜਨਤਾ ਨੂੰ ਕੀ ਦੇਣਾ। ਤੇ ਮਾਈ ਬਾਪ ਦਾ ਰੋਲ ਨਿਭਾਉਂਦੇ ਹੋਏ ਜੇਕਰ ਜੋ ਤੁਸੀਂ ਵਾਅਦੇ ਕਰ ਰਹੇ ਹੋ ਉਹ ਵਾਅਦਿਆਂ ਨੂੰ ਸੱਚੇ ਦਿਲੋਂ ਇਮਾਨਦਾਰੀ ਨਾਲ ਨਿਭਾਓ, ਤਾਂ ਜੋ ਇਹ ਹੈ ਵੀ ਪੰਜਾਬ ਦੀ ਜਨਤਾ ਖੁਸ਼ਹਾਲ ਹੋਏ। ਪੰਜਾਬ ਦੀ ਜਨਤਾ ਖੁਸ਼ਹਾਲ ਹੋਊਗਾ ਤਾਂ ਪੰਜਾਬ ਖੁਸ਼ਹਾਲ ਹੋਊਗਾ, ਪੰਜਾਬ ਖੁਸ਼ਹਾਲ ਹੋਊਗਾ ਤਾਂ ਅਸੀਂ ਇੱਕ ਅੱਛੀ ਜਿਹੜੀ ਜ਼ਿੰਦਗੀ ਹੈ ਉਹ ਜੀ ਪਾਵਾਂਗੇ। ਔਰ ਸਭ ਤੋਂ ਜ਼ਰੂਰੀ ਮੁੱਢਲੀ ਗੱਲਾਂ ਉਹੀ ਹੁੰਦੀਆਂ ਵੀ ਸਿੱਖਿਆ ਤੇ ਸਿਹਤ। ਸਾਡੀ ਸਿਹਤ ਅੱਛੀ ਹੈ, ਬੱਚਿਆਂ ਨੂੰ ਸਿੱਖਿਆ ਅੱਛੀ ਮਿਲੂਗੀ ਤਾਂ ਜਿਹੜਾ ਇਸ ਟਾਈਮ ਯੂਥ ਹੈ ਜਿਹੜਾ ਉਹ ਬਾਹਰ ਵਿਦੇਸ਼ਾਂ ਨੂੰ ਭੱਜ ਰਿਹਾ ਤਾਂ ਉਹ ਪੰਜਾਬ ਵਿੱਚ ਰਹਿ ਜਾਊਗਾ। ਵਿਦੇਸ਼ਾਂ ਨੂੰ ਯੂਥ ਇਸ ਕਰਕੇ ਹੀ ਭੱਜ ਰਿਹਾ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਹੈ। ਤਾਂ ਇਹ ਅਸੀਂ ਆਮ ਜਨਤਾ ਨੂੰ ਵੀ ਅਪੀਲ ਕਰਾਂਗੇ ਵੀ ਜਿਵੇਂ ਸਾਥੀ ਨੇ ਗੱਲ ਕਹੀ ਆ ਕਿ ਹਾਂਜੀ ਵੀ ਸੱਥਾਂ ਵਿੱਚ ਇਹਨਾਂ ਨੂੰ ਸਵਾਲ ਹੋਣਗੇ, ਬਿਲਕੁਲ ਸਵਾਲ ਹੋਣਗੇ। ਕਿਸਾਨੀ ਅੰਦੋਲਨ ਨੇ ਹਰ ਇੱਕ ਨੌਜਵਾਨ ਨੂੰ, ਬੱਚੇ ਨੂੰ, ਬਜ਼ੁਰਗ ਨੂੰ ਸਰਕਾਰਾਂ ਨੂੰ ਸਵਾਲ ਕਰਨੇ ਸਿਖਾ ਦਿੱਤੇ। ਇਕਜੁੱਟਤਾ ਨਾਲ ਲੜਨਾ ਸਿਖਾਤਾ ਵੀ ਅੱਜ ਤੁਸੀਂ ਝੂਠ ਬੋਲ ਕੇ ਵੋਟ ਨਹੀਂ ਮੰਗ ਸਕਦੇ। ਤੇ ਸਰਕਾਰ ਨੂੰ ਵੀ ਸਾਡੀ ਅਪੀਲ ਹੈ ਵੀ ਜੋ ਤੁਸੀਂ ਆਮ ਜਨਤਾ ਲਈ, ਸਰਕਾਰਾਂ ਆਮ ਜਨਤਾ ਦੀਆਂ ਨੇ, ਜਨਤਾ ਲਈ ਜੋ ਐਲਾਨ ਕੀਤੇ ਆ, ਜੋ ਲੋਕਾਂ ਦੇ, ਨੌਜਵਾਨਾਂ ਦੇ ਫਾਇਦੇ ਲਈ ਆ, ਨੌਜਵਾਨਾਂ ਨੂੰ ਸੜਕਾਂ ਤੇ, ਬਜ਼ੁਰਗਾਂ ਨੂੰ ਸੜਕਾਂ ਤੇ ਰੋਲਣਾ ਬੰਦ ਕਰੋ ਔਰ ਮਸਲੇ ਜੇਕਰ ਤੁਸੀਂ ਐਲਾਨ ਕਰਤਾ ਤਾਂ ਉਹਨਾਂ ਨੂੰ ਸਿਰੇ ਚੜਾਓ। ਬਿਲਕੁਲ, ਐਲਾਨ, ਵਾਅਦੇ ਤੇ ਦਾਅਵੇ ਤਾਂ ਬਹੁਤ ਨੇ, ਜ਼ਿਆਦਾਤਰ ਪੋਲੀਟੀਸ਼ੀਅਨ ਉਹ ਪੂਰੇ ਨਹੀਂ ਕਰਦੇ ਨੇ, ਪਰ ਇਸ ਵੇਲੇ ਜੋ ਇਹਨਾਂ ਦੀ ਗੱਲ ਹੈ ਇਹ ਉਸ ਜ਼ਰੀਏ ਆਏ ਨੇ ਜੋ ਸਰਕਾਰ ਨੇ ਆਪ ਬਣਾਇਆ ਸੀਗਾ। ਇਹਨਾਂ ਦੀ ਭਰਤੀ ਸਰਕਾਰ ਨੇ ਆਪ ਕੀਤੀ ਹੈ। ਸੋ ਇਹ ਤੁਹਾਨੂੰ ਸਿਰਫ ਵਾਅਦੇ ਪੂਰੇ ਕਰਨ ਦੀ ਗੱਲ ਨਹੀਂ ਹੈ, ਇਹਨਾਂ ਦੇ ਬਣਦੇ ਹੱਕ ਇਹਨਾਂ ਨੂੰ ਮਿਲਣ ਦੀ ਗੱਲ ਹੈ। ਤੇ ਉਮੀਦ ਕਰਦੇ ਹਾਂ ਕਿ ਇਲੈਕਸ਼ਨਾਂ ਤੋਂ ਪਹਿਲਾਂ ਤੁਹਾਡਾ ਇਹ ਮੁੱਦਾ ਸੁਲਝੇਗਾ, ਤੁਸੀਂ ਪੱਕੇ ਹੋਵੋਗੇ ਤੇ ਘਰਾਂ ਨੂੰ ਪਰਤੋਗੇ, ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਸਿਆਲ 'ਚ ਇੱਥੇ ਬੈਠੇ ਰਹੋ। ਤੇ ਇੱਕ ਵਾਰ ਫੇਰ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਆਏ। ਸਤਿ ਸ਼੍ਰੀ ਅਕਾਲ। ਬਹੁਤ ਥੈਂਕ ਯੂ ਸਰ। ਬਹੁਤ ਬਹੁਤ ਧੰਨਵਾਦ।